ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਓ ਰਸਨਾ ਨੂੰ ਪਵਿੱਤਰ ਕਰੋ ਤੇ ਪਿਆਰ ਨਾਲ ਗੱਜ ਵੱਜ ਕੇ ਬੋਲੋ ਜੀ, ਜੈ ਗੁਰਦੇਵ, ਧੰਨ ਗੁਰਦੇਵ, ਜੈ ਸੰਤਾਂ ਦੀ। ਅਸੀਂ ਆਪ ਜੀ ਦੇ ਪਿਆਰੇ ਕਾਂਸ਼ੀ ਟੀਵੀ ਦੇ ਸੇਵਾਦਾਰ ਇਹੀ ਕੋਸ਼ਿਸ਼ ਹਮੇਸ਼ਾ ਕਰੀਦੀ ਹੈ ਕਿ ਹਮੇਸ਼ਾ ਹੀ ਸਭ ਦੇ ਵਾਸਤੇ ਭਲੇ ਦੀ ਕਾਮਨਾ और सारे ही जितने भी धर्म ने, जिन्ने भी पीर पैगंबर ने, सब दी खूब शोभा की जाए। उन्हां दे जीवन तो असी सारे सिक्ख्या प्राप्त कर सकीए। सतगुरु रविदास जी महाराज ने अपनी पावन पवित्र बाणी दे विच सानू समझाया कि हिंदू मुसलमान का कोई फर्क नहीं, पीरां पैगंबरां का कोई फर्क नहीं है। सारियां ने अपने अपने समय ते ब्रह्म दे नाल जोड़िया है और उसे टीचे नूं लैके असी इत्थे आप जी दे सेवादार कांशी टीवी राहीं यही कोशिश करते हाँ। दुनिया दे विच सब तो वड्डा जो धर्म है वो है क्रिश्चियनिटी और फिर इस्लाम है। इस वास्ते क्रिश्चियनिटी दा मैं कई बारी सोचा करता सी कि इन्ना विस्तार क्यों होया। हालांकि इजराइल दे विच उन्हां दा जन्म होया, और जन्म भी एक स्टेबल दे विच जिथे कि पशुआं नूं रखिया जांदा है, एक खुरली दे विच मां ने जन्म दिता, क्योंकि उस वक्त दे हाकमां नूं ये डर सी कोई हुण बच्चा पैदा होना और वो तुहाडी मौत दा कारण बनेगा। उस करके हर एक बच्चे नूं मारन दे हुक्म उन्हां दे दिते हुए सन। और इहो जे हालातां दे विच उन्हां दा जन्म होया, और फिर जदों तीन महापुरुषां ने देखिया, सितारियां दी गर्दिश देखी कि कोई ना कोई इस वेले पैगंबर संसार विच पैदा होया है, और उसे दे दसे हुए मार्ग दे उत्ते चल के उन्हां आके यसु मसीह दे दर्शन कीते। सो साध संगत वधन दा असी कोई सोचदा है। असी वक्खो वक्ख धर्मां दी जदों गल करदे हां, जीसस क्राइस्ट जी दा एक बहुत ही नवेकला जिहा जीवन रहा। हर पैगंबर ने, हर गुरु ने सानू हरि दे नाल जोड़िया, उन्हां ने भी हरि नाल ही जोड़िया है। और खुद जान दी बैपटिस्ट पासों उन्होंने ज्ञान प्राप्त किया, शायद 30 सालों की उम्र हो चुकी सी, और नाल जान दी बैपटिस्ट ने कहा कि मैं ते तुहानू पानी दे नाल बैपटाइज किया है, लेकिन तुसी परमात्मा दी जोत दे नाल लोकां नू जोत बख्श के, ज्ञान बख्श के लोकां नू धर्म नाल जोड़ोगे। तो साध संगत उन्हां दा जिहड़ा जीवन सी, असी देखिया है कि कईयां ने जे गुरुआं दे नाल किसे ने जुल्म कीता, गुरुआं नाल हुंदा ही रहा, और उन्हां दे शिष्यां ने बदले दी भावना बाद विच लई।
ਇਸ ਵਾਸਤੇ ਉਹਨਾਂ ਦੀ ਗਿਣਤੀ ਵੱਧ ਨਹੀਂ ਸਕੀ। ਜੀਸਸ ਕ੍ਰਾਈਸਟ ਮਹਾਰਾਜ ਨੇ ਸੂਲੀ ਤੇ ਟੰਗੇ ਹੋਏ ਨੇ ਇੱਕ ਗੱਲ ਜਿਹੜੀ ਕਹੀ, ਉਹ ਯਾਨੀ ਆਮ ਜੀਵਨ ਦੇ ਵਿੱਚ ਕਹਿਣਾ ਹੋਰ ਗੱਲ ਹੈ, ਸਭ ਕਾ ਭਲਾ ਕਰੋ ਭਗਵਾਨ, ਸਭ ਕਾ ਸਦਵਿਧੀ ਹੋ ਕਲਿਆਣ, ਇਹ ਵੱਖਰੀ ਗੱਲ ਹੈ। ਪਰ ਮਾਰਨ ਵਾਲਿਆਂ ਵਾਸਤੇ ਕਹਿਣਾ, ਔਰ ਮਾਰਿਆ ਵੀ ਇੰਨੀ ਦਰਦਨਾਕ ਤਰੀਕੇ ਨਾਲ ਹੋਵੇ, ਇਹ ਕਹਿਣਾ ਕਿ ਪ੍ਰਮਾਤਮਾ ਇਹਨਾਂ ਨੂੰ ਮਾਫ ਕਰ ਦੇ, ਇਹ ਜਾਣਦੇ ਨਹੀਂ ਇਹ ਕੀ ਕਰ ਰਹੇ, ਇੱਕ ਬਹੁਤ ਵੱਡੀ ਗੱਲ ਹੈ। ਔਰ ਜਦੋਂ ਦਾਸ ਮਾਲਕ ਦੇ ਦਿੱਤੀ ਹੋਈ ਥੋੜੀ ਬਹੁਤੀ ਜੋ ਬੁੱਧੀ ਹੈ ਉਹਦੇ ਨਾਲ ਜਦੋਂ ਐਨਾਲਾਈਜ਼ ਕਰਦਾ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ क्षमा, क्षमा साध की जात है। ਮਹਾਰਾਜ ਇਹੀ ਕਹਿੰਦੇ ਨੇ ਕਿ ਉਹ ਜਿਹੜਾ ਗੁਰਸਿੱਖ ਹੈ ਜਿਹਦੇ ਵਿੱਚ ਇਹ ਗੁਣ ਹੁਣ ਨਿਮਨ ਸੁਅੱਖਰ ਖਿਮਨ ਗੁਣ, ਜਿਹੜਾ ਵਿਨਮਰਤਾ ਨਾਲ ਭਰਪੂਰ ਹੋਵੇ, ਜਿਹੜਾ ਖਿਮਨ ਗੁਣ ਯਾਨੀ ਖਿਮਾ ਕਰ ਸਕਦਾ ਹੋਏ, ਔਰ ਜੀਭਾਂ ਮਨੀਆਂ ਮੰਦ, ਜਿਸ ਦੀ ਭਾਸ਼ਾ ਮਿੱਠੀ ਹੋਵੇ, ਕੰਡਿਆਂ ਵਾਂਗੂ ਚੁੱਭਣ ਵਾਲੀ ਨਾ ਹੋਵੇ। ਲਾ ਕੇ ਲੋਕ ਗੱਲ ਕਰਦੇ ਨੇ, ਇੰਨੀਆਂ ਮਰਚਾਂ ਲਾ ਦਿੰਦੇ ਨੇ, ਸਾਧ ਸੰਗਤ ਪੁੱਛੋ ਹੀ ਕੁਝ। ਉਹ ਕੋਈ ਬੰਦਾ ਜਾ ਰਿਹਾ ਸੀ ਨਾ ਤੇ ਉਹਨੂੰ ਪੁੱਛਦਾ ਹੈ ਤੁਹਾਡੇ ਕੋਲ ਲਾਈਟਰ ਹੈ? ਕਹਿਣ ਲੱਗਾ ਜੀ ਨਹੀਂ, ਲਾਈਟਰ ਨਹੀਂ ਹੈ। ਕਹਿਣ ਲੱਗਾ ਕੀ ਕਰਨਾ ਜੇ ਲਾਈਟਰ? ਕਹਿੰਦੇ ਸਿਗਰਟ ਲਾਣੀ ਹੈ, ਬੀੜੀ ਲਾਣੀ। ਕਹਿੰਦਾ ਆ ਜਿਹੜਾ ਨਾਲ ਬੰਦਾ ਖੜਾ ਨਾ ਇਹਦੀ ਜ਼ੁਬਾਨ ਤੇ ਹੀ ਲਾ ਲਓ, ਇਹਦੀ ਜ਼ੁਬਾਨ ਤੋਂ ਹੀ ਅੱਗ ਵਰਦੀ। ਸਾਧ ਸੰਗਤ ਇਸ ਤਰ੍ਹਾਂ ਦੇ ਵੀ ਬੰਦੇ ਸਾਡੇ ਵਿੱਚ ਵਿਚਰਦੇ ਨੇ, ਜਿਨ੍ਹਾਂ ਨੂੰ ਗੱਲ ਕਰਨੀ ਸਿਰੋਂ ਲਾ ਕੇ ਫਿਰ ਟੀਚਰ ਕਰਨੀ। ਔਰ ਗੁਰੂਆਂ ਪੀਰਾਂ ਨੇ ਫਰਮਾਇਆ ਹੈ ਕਿ ਨਿਮਨ ਸੁਅੱਖਰ ਖਿਮਨ ਗੁਣ, ਜੀਭਾਂ ਮਨੀਆਂ ਮੰਤ, ਇਹ ਤਰ੍ਹਾਂ ਪਹਿਨੇ ਵੇਸ ਕਰਤਾ ਵਸਿਆ ਵੀ ਕੰਤ। ਇਹਨਾਂ ਗੁਣਾਂ ਨੂੰ ਧਾਰਨ ਕਰਨ ਵਾਲਾ ਹੀ ਸੰਸਾਰ ਦੇ ਵਿੱਚ ਉਹਦਾ ਹੀ ਦੁਨੀਆ ਵਿੱਚ ਭਾਲਾ ਹੁੰਦਾ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀਸਸ ਕ੍ਰਾਈਸਟ ਦਾ ਸੇ ਸੋਚਦਾ, ਕਿਉਂਕਿ ਉਹਨਾਂ ਨੇ ਭਲਾ ਕੀਤਾ ਔਰ ਮਾਫ ਕੀਤਾ, ਇਸ ਲਈ ਸਾਧ ਸੰਗਤ ਅੱਜ ਸਾਰੀ ਦੁਨੀਆ ਉਹਨਾਂ ਦੀ ਉਪਾਸ਼ਕ ਹੈ ਔਰ ਸਭ ਤੋਂ ਵੱਡਾ ਧਰਮ ਉਹ ਬਣਿਆ। ਅੱਜ ਦਾਸ ਆਪ ਜੀ ਨਾਲ ਤੁਹਾਡੇ ਆਪਣੇ ਟੀਵੀ ਸਟੇਸ਼ਨ ਪਿਆਰੇ ਕਾਂਸ਼ੀ ਟੀਵੀ ਤੇ ਜੀਸਸ ਕ੍ਰਾਈਸਟ ਜੀ ਦੀਆਂ ਸਿੱਖਿਆਵਾਂ ਦੇ ਨਾਲ ਗੱਲ ਕਰਨੀ ਚਾਹੁੰਦਾ, ਤਾਂ ਕਿ ਕ੍ਰਿਸਮਸ ਤੱਕ, ਕ੍ਰਿਸਮਸ ਆਉਣ ਵਾਲੀ ਹੈ, ਅਸੀਂ ਜਿੱਥੇ ਉਹਨਾਂ ਨੂੰ ਯਾਦ ਕਰੀਏ, ਕਿਸ ਤਰੀਕੇ ਨਾਲ ਉਹਨਾਂ ਸਾਨੂੰ ਸਭ ਨੂੰ ਸਿਖਾਇਆ ਹੈ, ਉਸਦੇ ਨਾਲ ਗੱਲ, ਉਸਦੇ ਹਿਸਾਬ ਨਾਲ ਗੱਲ ਕਰੀਏ। ਔਰ ਜਦੋਂ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਪਰ ਅਮਲ ਕਰਦੇ ਹਾਂ, ਇੱਕ ਚੀਜ਼ ਗਰੰਟੀਡ ਹੈ ਕਿ ਸਤਿਗੁਰੂ ਰਵਿਦਾਸ ਜੀ, 10 ਗੁਰੂ ਸਾਹਿਬਾਨ, ਸਾਰੇ ਮਹਾਂਪੁਰਸ਼, ਉਹਨਾਂ ਦੀਆਂ ਸਿੱਖਿਆਵਾਂ ਆ ਜਾਂਦੀਆਂ ਨੇ। ਅਸੀਂ ਯਾਨੀ ਜਿਹੜਾ ਮੂਲ ਹੈ ਉਹ ਉਹੀ ਹੈ। ਔਰ ਸੰਤ ਜਨੋ ਸੰਸਾਰ ਦੇ ਵਿੱਚ ਗੁਰੂਆਂ ਪੀਰਾਂ ਨੇ ਔਰ ਜੀਸਸ ਕ੍ਰਾਈਸਟ ਨੇ ਵੀ, ਭਗਵਾਨ ਯਿਸੂ ਮਸੀਹ ਨੇ ਵੀ ਬੰਦਿਆਂ ਨੂੰ ਜਾਤਾਂ ਵਿੱਚ ਨਹੀਂ ਵੰਡਿਆ, ਸ਼੍ਰੇਣੀਆਂ ਵਿੱਚ ਨਹੀਂ ਵੰਡਿਆ। ਉਹਨਾਂ ਨੇ ਬਿਲਕੁਲ ਕਿਸੇ ਵੀ ਗੁਰੂ ਨੇ, ਸਤਿਗੁਰੂ ਰਵਿਦਾਸ ਜੀ ਨੇ ਵੀ, 10 ਗੁਰੂਆਂ ਨੇ ਵੀ ਬੰਦਿਆਂ ਨੂੰ ਕਿਹਾ ਦੋ ਹੀ ਕਿਸਮ ਦੇ ਬੰਦੇ ਨੇ, ਇੱਕ ਗੁਰਮੁਖ ਹਨ, ਇੱਕ ਮਨਮੁਖ ਨੇ। ਗੁਰਮੁਖ ਉਹ ਨੇ ਜਿਨ੍ਹਾਂ ਦਾ ਮੁੱਖ ਗੁਰੂ ਨਾਲ ਜੁੜਿਆ, ਯਾਨੀ ਮੁੱਖ ਜੁੜਨ ਦਾ ਮਤਲਬ ਇਹ ਹੁੰਦਾ ਹੈ ਗੁਰੂ ਦੀ ਸਿੱਖਿਆ ਨਾਲ ਜੁੜਨਾ। ਜਿਹੜੇ ਗੁਰੂ ਦੀ ਸਿੱਖਿਆ ਨਾਲ ਜੁੜੇ ਨੇ, ਇੱਕ ਤੇ ਉਹ ਜੇ,
ਦੂਜੇ ਜਿਹੜੇ ਮਨ ਦੀ ਸਿੱਖਿਆ ਨਾਲ ਮਨ ਦੇ ਪਿੱਛੇ ਲੱਗਦੇ ਨੇ ਤੇ ਮਨ ਦੇ ਪਿੱਛੇ ਲੱਗ ਕੇ ਪਾਪ ਤੇ ਗਲਤੀਆਂ ਕਰਦੇ ਨੇ। ਗਲਤੀ ਤੇ ਪਾਪ ਉਹੀ ਹੁੰਦਾ ਹੈ ਜਿਸ ਨਾਲ ਕਿਸੇ ਦਾ ਨੁਕਸਾਨ ਹੋਵੇ, ਜਿਸ ਨਾਲ ਕਿਸੇ ਦਾ ਦਿਲ ਦੁਖੇ, ਜੋ ਬੰਦਾ ਕਿਸੇ ਦਾ ਹੱਕ ਮਾਰੇ। ਇਹ ਸਭ ਤੋਂ ਵੱਡੀਆਂ ਇਹ ਪਾਪ ਹਨ। ਔਰ ਉਦੋਂ ਵੀ ਵੱਡਾ ਪਾਪ ਜੇ ਕਹੀਏ ਜਿਹੜਾ ਬੰਦਿਆਂ ਨੂੰ ਵੰਡੇ, ਭਾਸ਼ਾਵਾਂ ਦੇ ਵਿੱਚ ਵੰਡੇ ਔਰ ਹੋਰ ਅਨੇਕ ਪ੍ਰਕਾਰ ਦੇ ਮਹੱਲਿਆਂ ਦੇ ਵਿੱਚ, ਜਿਵੇਂ ਹੁਣ ਪੰਜਾਬ 'ਚ ਹੀ ਦੇਖ ਲਓ ਕਿਸ ਤਰੀਕੇ ਨਾਲ ਮਾਲਵਾ ਮਾਝਾ ਦੁਆਬਾ ਇੱਕੋ ਧਰਤੀ ਹੈ, ਇੰਝ ਵੰਡਿਆ ਪਿਆ। ਔਰ ਲੋਕ, ਮੈਨੂੰ ਇੰਨਾ ਯਾਦ ਹੈ ਕਿ ਮਾਲਵੇ ਵਾਲੇ ਮਾਝੇ 'ਚ ਰਿਸ਼ਤੇ ਨਹੀਂ ਕਰਦੇ, ਮਾਝੇ ਵਾਲੇ ਦੁਆਬੇ 'ਚ ਨਹੀਂ ਕਰਦੇ, ਭਾਵੇਂ ਜਾਤ ਇੱਕੋ ਹੀ ਹੋਵੇ। ਲੇਕਿਨ ਇਹ ਮੈਨੂੰ ਇੱਥੇ ਵੀ ਤਜਰਬਾ ਹੋਇਆ ਕਿ ਇੱਕੋ ਹੀ ਜਾਤੀ ਦੇ ਬੰਦੇ, ਲੇਕਿਨ ਕਹਿੰਦੇ ਨਹੀਂ ਜੀ ਨਹੀਂ, ਆਪਾਂ ਮਾਝੇ ਵਿੱਚ ਨਹੀਂ ਕਰਨਾ। ਸਾਧ ਸੰਗਤ ਬੰਦਿਆਂ ਨੂੰ ਜਿਹੜੇ ਵੰਡਣ, ਇਹ ਸਭ ਤੋਂ ਵੱਡਾ ਪਾਪ ਹੈ। ਜਿਹੜਾ ਚੰਗਾ ਉਹ ਭਾਵੇਂ, ਜਿਵੇਂ ਬਾਬਾ ਕਬੀਰ ਜੀ ਨੇ ਬੜਾ ਸੋਹਣਾ ਕਿਹਾ ਹੈ ਕਿ ਮਨੋ ਕਠੋਰ ਮਰੇ ਬਨਾਰਸ। ਮਨ ਦਾ ਕਠੋਰ ਹੋਵੇ, ਭਾਵੇਂ ਬਨਾਰਸ 'ਚ ਕਿਉਂ ਨਾ ਰਹਿੰਦਾ ਹੋਵੇ, ਭਾਵੇਂ ਬਨਾਰਸ ਵਿੱਚ ਕਿਉਂ ਨਾ ਜਾ ਕੇ ਮਰੇ। ਲੋਕਾਂ ਨੂੰ ਇਹ ਵਹਿਮ ਪਾਇਆ ਕਈਆਂ ਨੇ ਵੀ ਜਿਹੜਾ ਮਰਨ ਦੇ ਵੇਲੇ ਨਾ ਕਾਸ਼ੀ ਚੱਲ ਜਾਏ, ਬਿਮਾਰ ਮਰੇ, ਉਹ ਸਿੱਧਾ ਹੀ ਸਵਰਗ ਨੂੰ ਜਾਂਦਾ। ਤੇ ਸਤਿਗੁਰੂ ਕਬੀਰ ਜੀ ਨੇ ਇਹ ਵਹਿਮ ਕੱਢਿਆ ਕਿ ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਛਿਆ ਜਾਏ। ਕਹਿੰਦੇ ਉਹਨੂੰ ਨਰਕ ਵੀ ਨਹੀਂ ਮਿਲਣਾ। ਲੇਕਿਨ ਹਰ ਕਾ ਸੰਤ ਮਰੇ ਹੜੰਬੇ। ਔਰ ਪੰਡਤਾਂ ਨੇ ਗੱਲਾਂ ਪਾਈਆਂ ਸੀ ਕਿ ਜਿਹੜਾ ਹੜੰਬੇ 'ਚ ਮਰੇ ਨਾ, ਉਹ ਗਧੇ ਦੀ ਜੂਨ 'ਚ ਜਾਂਦਾ। ਔਰ ਇਹਨਾਂ ਨੇ ਉਹ ਵਹਿਮ ਵੀ ਕੱਢਿਆ ਕਿ ਹਰ ਕਾ ਸੰਤ ਮਰੇ ਹੜੰਬੇ, ਸਗਲੀ ਸੈਂਤ ਰਾਏ। ਜੋ ਹਰੀ ਦਾ ਸੰਤ ਹੈ ਆਪ ਜੈਸਾ, ਉਹ ਕਿਤੇ ਵੀ ਰਵੇ ਤੇ ਕਿਤੇ ਵੀ ਉਹ ਸਰੀਰ ਤਿਆਗੇ, ਉਹ ਸਾਰੀ ਦੁਨੀਆ ਦਾ ਵੀ ਪਾਰ ਉਤਾਰਾ ਕਰਦਾ ਹੈ। ਇਸ ਵਾਸਤੇ ਸੰਤ ਜਨੋਂ ਜੀਸਸ ਕ੍ਰਾਈਸਟ ਜੀ ਮਹਾਰਾਜ ਦੀ ਜੋ ਸਿੱਖਿਆ ਹੈ, ਉਹਨਾਂ ਨੇ ਕਿਹਾ ਕਿ ਦੋ ਕਿਸਮ ਦੇ ਬੰਦੇ ਨੇ। ਇੱਕ ਪੈਰਾਬਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਗਿਆਨੀ ਨੇ, ਜਿਨ੍ਹਾਂ ਨੇ ਇਸ ਪਰਮਾਤਮਾ ਨੂੰ, ਜਿਵੇਂ ਕਿਹਾ ਕਹੋ ਕਿ ਹੱਥ ਪੇ ਨੇੜੇ, ਹੱਥਾਂ ਤੋਂ ਇਹ ਨੇੜੇ ਹੈ ਸਾਡੇ ਪਰਮਾਤਮਾ। ਤੇ ਮਹਾਰਾਜ ਨੇ, ਜੀਸਸ ਜੀ ਨੇ ਕਿਹਾ ਕਿੰਗਡਮ ਐਟ ਯੂਰ ਹੈਂਡ। ਹੈਵਨ ਜੋ ਹੈ, ਯਾਨੀ ਜੋ ਸੱਚ ਹੈ, ਜੋ ਆਦ ਸੱਚ, ਜੁਗਾਦ ਸੱਚ ਹੈ, ਇਹ ਤੇਰੇ ਤੋਂ ਦੂਰ ਨਹੀਂ ਹੈ। ਨਾਲ ਹਮੰਦਾ ਲੈ ਨਾ ਸਕੰਦਾ, ਨਾਲ ਹੈ ਤੇਰੇ, ਦੂਰ ਨਹੀਂ। ਔਰ ਜਿਸ ਨੂੰ ਇਸ ਦਾ ਬੋਧ ਹੋ ਜਾਂਦਾ ਹੈ ਉਹ ਗੁਰਮੁਖ ਹੈ। ਔਰ ਉਹਨੂੰ ਉਹਨਾਂ ਨੇ ਕਿਹਾ ਕਿ ਤੂੰ ਲਾਈਟ ਹਾਊਸ ਹੈ। ਲਾਈਟ ਹਾਊਸ ਛੁਪਦਾ ਨਹੀਂ ਹੈ। ਇਸ ਵਾਸਤੇ ਦਾਸ ਆਪ ਸਾਰਿਆਂ ਨਾਲ ਇੰਨੀ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਹੁਕਮਨਾਮੇ ਨੂੰ ਮੰਨ ਕੇ ਤੇ ਹਰੀ ਰੂਪੀ ਹੀਰੇ ਦੀ ਪ੍ਰਾਪਤੀ ਕਰ ਲਈ ਹੈ, ਉਹ ਫਿਰ ਲਾਈਟ ਹਾਊਸ ਹੈ। ਲਾਈਟ ਹਾਊਸ ਦੂਰੋਂ ਹੀ ਦਿਸਦਾ। ਕਿਉਂ ਦਿਸਦਾ? ਕਿਉਂਕਿ ਉਹਨੂੰ ਵੇਖ ਕੇ ਜਹਾਜ਼ ਜਿਹੜੇ ਨੇ ਉਹ ਰਸਤਾ ਠੀਕ ਕਰਦੇ ਨੇ ਆਪਣਾ। ਲਾਈਟ ਹਾਊਸ। ਔਰ ਜੀਸਸ ਕ੍ਰਾਈਸਟ ਨੇ ਬ੍ਰਹਮ ਗਿਆਨੀ ਸੰਤਾਂ ਨੂੰ, ਜਿਨ੍ਹਾਂ ਨੇ ਉਹਨਾਂ ਦੇ ਪਾਸੋਂ ਇਸ ਹਰੀ ਦੀ ਪ੍ਰਾਪਤੀ ਕੀਤੀ, ਇਸ ਗਾਡ ਦੀ ਪ੍ਰਾਪਤੀ ਕੀਤੀ, ਉਹਨਾਂ ਨੂੰ ਲਾਈਟ ਹਾਊਸ ਕਿਹਾ। ਔਰ ਉਹਨਾਂ ਕਿਹਾ ਲਾਈਟ ਹਾਊਸ ਛੁਪ ਨਹੀਂ ਸਕਦਾ। ਔਰ ਫਿਰ ਦਾਸ ਤੇ ਇਹੀ ਕਹਿੰਦਾ ਹੈ ਕਿ ਜਿੰਨੇ ਵੀ ਤੁਸੀਂ ਗੁਰੂ ਦੇ ਪਿਆਰੇ ਹੋ, ਸਾਧ ਸੰਗਤ, ਤੁਹਾਡਾ ਆਚਰਨ ਵੀ ਲਾਈਟ ਹਾਊਸ ਵਾਂਗ ਹੋਣਾ ਚਾਹੀਦਾ। ਸਮਾਜ ਉਸੇ 'ਚ ਹੀ ਰਹਿਣਾ, ਉਸੇ 'ਚ। ਲੇਕਿਨ ਘਟਨਾਵਾਂ ਜਦੋਂ ਘਟਦੀਆਂ ਨੇ
ਤੇ ਤੁਹਾਡਾ ਵਰਤਾਰਾ ਜਿਹੜਾ ਹੈ ਉਹ ਦੁਨੀਆ ਨਾਲੋਂ ਵੱਖਰਾ ਹੁੰਦਾ ਹੈ। ਜਿਵੇਂ ਹੁਣ ਹੀ ਦੇਖ ਲਓ, ਸਾਰੀ ਦੁਨੀਆ ਕੋਈ ਰੱਬ ਨੂੰ ਦੋਸ਼ ਦਿੰਦਾ, ਕੋਈ ਡਾਕਟਰਾਂ ਨੂੰ ਦਿੰਦਾ, ਕੋਈ ਸਰਕਾਰ ਨੂੰ ਦਿੰਦਾ, ਪਰ ਤੁਹਾਡੇ ਵਰਗੇ ਜਿਹੜੇ ਭਗਤ ਨੇ, ਜਿਹੜੇ ਗੁਰੂ ਦੀ ਗੱਲ ਮੰਨਣ ਵਾਲੇ ਨੇ, ਉਹ ਇਹ ਕਹਿੰਦੇ ਨੇ, ਜੋ ਕਰਨ ਵਾਲਾ ਹੈ ਕਰੇ ਕਰਾਵੇ ਆਪੇ ਆਪ, ਮਾਨਿਸ਼ ਕੇ ਕਿਛ ਨਹੀਂ ਹਾਥ। ਜਿਸ ਨੇ ਇਹ ਬਿਮਾਰੀਆਂ ਬਣਾਈਆਂ ਨੇ, ਨਾਲ ਇਲਾਜ ਵੀ ਬਣਾਤਾ। ਔਰ ਮੈਨੂੰ ਯਾਦ ਹੈ ਕਿ ਮਾਰਚ ਦੇ ਮਹੀਨੇ 'ਚ ਹੀ ਕਾਂਸ਼ੀ ਟੀਵੀ ਦੇ ਉੱਤੇ ਕਰੋਨਾ ਆ ਰਿਹਾ ਸੀ ਅਜੇ, ਤੇ ਕਾਂਸ਼ੀ ਟੀਵੀ ਤੇ ਸਭ ਤੋਂ ਪਹਿਲਾਂ ਅਸੀਂ ਦੱਸਿਆ ਕਿ ਇਹਦੇ ਪ੍ਰੀਕਾਸ਼ਨ ਕੀ ਨੇ। ਪਤਾ ਆ ਰਿਹਾ, ਲੇਕਿਨ ਇਹ ਤੋਂ ਬਚਾਅ ਕਿਵੇਂ ਕਰਨਾ ਹੈ। ਔਰ ਮੇਰੇ ਨਾਲ ਇੱਕ ਡਾਕਟਰ ਸਨ ਜਿਨ੍ਹਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਅਸੀਂ ਹੱਥ ਧੋਣੇ ਨੇ, ਕਿਸ ਤਰੀਕੇ ਨਾਲ ਅਸੀਂ ਆਈਸੋਲੇਟ ਕਰਨਾ ਆਪਣੇ ਆਪ ਨੂੰ ਜੇ ਜ਼ਰੂਰਤ ਪਏ ਤੇ, ਇਹ ਸਾਰੇ ਕਿਸ ਤਰੀਕੇ ਨਾਲ ਸੈਨੀਟਾਈਜ਼ਰ ਵਰਤਣਾ, ਇਹ ਸਾਰੀਆਂ ਗੱਲਾਂ ਦੱਸੀਆਂ। ਸੋ ਕਹਿਣ ਤੋਂ ਭਾਵ ਹੈ ਕਿ ਭਗਤ ਜਿਹੜਾ ਹੈ ਉਹ ਕਹਿੰਦਾ ਹੈ ਜੇ ਬਿਮਾਰੀ ਵੀ ਹੈ ਤੇ ਕਰਤਾ ਪੁਰਖ ਤੇ ਇੱਕੋ ਹੀ ਹੈ, ਤੇ ਨਾਲ ਇਲਾਜ ਵੀ ਹੈ, ਉਹਦਾ ਕਰਤਾ ਪੁਰਖ ਵੀ ਇੱਕੋ ਹੀ ਹੈ। ਇਸ ਵਾਸਤੇ ਉਹ ਫਿਰ ਦੁਨੀਆ ਨਾਲੋਂ ਵਰਤਾਰਾ, ਦੁਨੀਆ ਨਾਲੋਂ ਉਹਨਾਂ ਦੀ ਭਾਸ਼ਾ ਬੋਲ ਵੱਖਰੇ ਹੋ ਜਾਂਦੇ ਨੇ, ਇਸ ਲਈ ਉਹ ਲਾਈਟ ਹਾਊਸ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਕਿਸੇ ਪਹਾੜੀ ਦੇ ਉੱਤੇ ਜੋ ਨਗਰ ਵਸਾਇਆ ਜਾਏ, ਔਨ ਦੀ ਹਿਲ, ਮਾਊਂਟੇਨ ਦੇ ਉੱਤੇ, ਤੇ ਉਹ ਤੇ ਛੁਪ ਸਕਦੇ ਨਹੀਂ, ਦੂਰੋਂ ਹੀ ਦਿਸਦਾ। ਅਸੀਂ ਇੱਥੇ ਦੇਖਦੇ ਹਾਂ ਇੰਗਲੈਂਡ ਵਿੱਚ ਵੀ, ਸਕਾਟਲੈਂਡ ਚਲੇ ਜਾਓ ਤੇ ਯੂਰਪ ਚਲੇ ਜਾਈਏ ਤੇ ਖਾਸ ਤੌਰ ਤੇ ਇਟਲੀ, ਫਰਾਂਸ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਪਹਾੜੀਆਂ ਦੇ ਉੱਤੇ ਪਿੰਡ ਵਸੇ ਪਏ ਨੇ। ਔਰ ਜੀਸਸ ਕ੍ਰਾਈਸਟ ਜੀ ਮਹਾਰਾਜ ਨੇ ਕਿਹਾ ਕਿ ਉਹਨਾਂ ਨੂੰ ਕਿਵੇਂ ਤੁਸੀਂ ਛੁਪ ਹੀ ਨਹੀਂ ਸਕਦੇ, ਕਿਉਂਕਿ ਜਿਹੜਾ ਪਹਾੜੀ ਤੇ ਹੈ ਉਹ ਕਦੇ ਛੁਪ ਨਹੀਂ ਸਕਦਾ ਪਿੰਡ। ਔਰ ਫਿਰ ਇੱਕ ਜਿਹੜੀ ਗੱਲ ਉਹਨਾਂ ਨੇ ਕਹੀ, ਜਿੰਨੇ ਵੀ ਤੁਸੀਂ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਹੋ ਜਾਂ ਸਤਸੰਗ 'ਚ ਜਾਂਦੇ ਹੋ, ਉਹਨਾਂ ਕਿਹਾ ਕਿ ਤੁਹਾਨੂੰ ਜਿਹੜੀ ਮੋਮਬੱਤੀ ਜਗਾਉਂਦੇ ਆ ਘਰ 'ਚ, ਦੀਵਾ ਜਗਾਉਂਦੇ ਆ, ਤੇ ਉਹਨੂੰ ਕਿਸੇ ਬਰਤਨ ਤੇ ਉੱਤੇ ਮੁੱਦਾ ਨਹੀਂ ਮਾਰਦੇ, ਬਲਕਿ ਉਹਨੂੰ ਉੱਚੇ ਤੋਂ ਉੱਚਾ ਰੱਖਣੇ ਆ। ਔਰ ਉੱਚੇ ਤੋਂ ਉੱਚਾ ਕਿਉਂ ਰੱਖਣੇ ਆ? ਤਾਂ ਜੋ ਉਹ ਕੇਵਲ ਆਪਣੇ ਆਸੇ ਪਾਸੇ ਹੀ ਰੋਸ਼ਨੀ ਨਾ ਦੇਵੇ, ਸਾਰੇ ਘਰ ਵਿੱਚ ਉਹਦੀ ਲੋ ਆਵੇ, ਸਾਰੇ ਘਰ ਵਿੱਚ ਉਹਦੀ ਰੋਸ਼ਨੀ ਆਏ। ਇਸ ਤਰ੍ਹਾਂ ਹੀ ਉਹਨਾਂ ਨੇ ਗੁਰੂ ਦੇ ਸਿੱਖਾਂ ਦਾ ਵਰਣਨ ਇੰਜ ਕੀਤਾ ਕਿ ਗੁਰੂ ਦੇ ਸਿੱਖੋ, ਤੁਸੀਂ ਇੱਕ ਲਾਈਟ ਹਾਊਸ ਹੋ। ਔਰ ਤੁਸੀਂ ਅੱਜ ਜਿਵੇਂ ਹੁਣ ਦੀਵਾਲੀ ਦੇ ਉੱਤੇ ਦੀਵਾ ਬਾਲਦੇ ਆ, ਦਾਸ ਕਈ ਵਾਰੀ ਕਿਹਾ ਕਰਦਾ ਹੈ, ਦੀਵੇ ਬਾਲਦੇ ਆ, ਫਿਰ ਮੋਮਬੱਤੀਆਂ ਬਾਲਦੇ ਆ, ਤੇ ਘਰਾਂ ਵਿੱਚ ਵੱਡੇ ਵੱਡੇ ਬਲਬ ਵੀ ਲੱਗੇ ਹੁੰਦੇ ਨੇ, ਲਾਈਟਾਂ ਲੱਗੀਆਂ ਹੁੰਦੀਆਂ, ਫਿਰ ਛੋਟਾ ਜਿਹਾ ਦੀਵਾ ਕਿਉਂ ਬਾਲਦੇ ਆ? ਉਹ ਇਸ ਲਈ ਬਾਲਦੇ ਆ ਕਿ ਦੀਵੇ ਦੀ ਵਡਿਆਈ ਹੈ, ਉਹਦੀ ਰੋਸ਼ਨੀ ਮਾਂਗਵੀ ਨਹੀਂ। ਬਿਜਲੀ ਦਾ ਬਲਬ ਕਿੰਨਾ ਵੀ ਵੱਡਾ ਹੋਵੇ, ਕਿਤੋਂ ਆਇਆ, ਉਹਦੀ ਤਾਕਤ ਕਿਤੇ ਹੈ, ਫਿਊਜ਼ ਉੱਡਿਆ ਨਹੀਂ ਤੇ ਗਹਿ ਹਨੇਰਾ ਹੋਇਆ ਨਹੀਂ। ਲੇਕਿਨ ਦੀਵੇ ਦੀ ਰੋਸ਼ਨੀ ਆਪਣੀ ਹੈ। ਔਰ ਦੂਜਾ ਗੁਣ ਉਹਦਾ ਸਭ ਤੋਂ ਵੱਡਾ ਜਿਹੜਾ ਦੀਵੇ ਦਾ ਇਹ ਹੈ ਕਿ ਉਹ ਜਿੰਨੇ ਮਰਜ਼ੀ ਬੁੱਝੇ ਦੀਵੇ ਹੋਣ, ਉਹ ਸਾਰਿਆਂ ਨੂੰ ਐਨਲਾਈਟਨ ਕਰ ਸਕਦਾ ਹੈ, ਸਾਰੇ ਉਹਦੇ ਨਾਲ ਪਿੱਟ ਕੇ ਸਾਰੇ ਹੀ ਰੋਸ਼ਨੀ ਦੇ ਸਕਦੇ ਨੇ। ਔਰ ਫਿਰ ਜਦੋਂ ਫਰਜ਼ ਕੀਤਾ ਤੁਸੀਂ 100 ਦੀਵਾ ਜਗਾ ਕੇ ਰੱਖ ਲਓ, ਭਾਵੇਂ ਕੋਈ ਪਿੱਤਲ ਦਾ ਹੋਵੇ, ਭਾਵੇਂ ਕੋਈ ਮਿੱਟੀ ਦਾ ਹੋਵੇ, ਭਾਵੇਂ ਕੋਈ ਚਾਂਦੀ ਦਾ ਹੋਵੇ, ਭਾਵੇਂ ਕੋਈ ਆਟੇ ਦਾ ਬਣਾਇਆ ਹੋਵੇ, ਸਮਝਣ ਵਾਲੀ ਗੱਲ ਇਹ ਹੈ, ਰੋਸ਼ਨੀ ਵਿੱਚ ਨਹੀਂ ਫਰਕ, ਉਹਨਾਂ ਦੀ ਬਣਤਰ ਵਿੱਚ ਫਰਕ ਹੋ ਸਕਦਾ। ਸੋਨਾ, ਚਾਂਦੀ, ਲੋਹਾ, ਪਿੱਤਲ, ਮਿੱਟੀ, ਆਟਾ, ਕਿਉਂਕਿ ਆਟੇ ਦਾ ਵੀ ਬਣਾਉਂਦੇ ਰਹੇ ਘਰਾਂ ਵਿੱਚ, ਬਣਤਰ ਵਿੱਚ ਫਰਕ ਹੋ ਸਕਦਾ ਹੈ, ਰੋਸ਼ਨੀ ਵਿੱਚ ਨਹੀਂ। ਔਰ ਇਹੀ ਗੱਲ ਹੈ
ਕਿ ਜੀਸਸ ਕ੍ਰਾਈਸਟ ਜੀ, ਮਹਾਰਾਜ ਰਵਿਦਾਸ ਜੀ, ਮੁਹੰਮਦ ਸਾਹਿਬ ਜੀ, 10 ਗੁਰੂ ਸਾਹਿਬਾਨ, ਉਹਨਾਂ ਦੀ ਭਾਸ਼ਾ ਵਿੱਚ, ਉਹਨਾਂ ਦੀ ਬਣਤਰ ਵਿੱਚ ਫਰਕ ਹੋ ਸਕਦਾ ਹੈ, ਲੇਕਿਨ ਉਹਨਾਂ ਦੀ ਰੌਸ਼ਨੀ ਵਿੱਚ ਨਹੀਂ, ਉਹਨਾਂ ਦੇ ਗਿਆਨ ਵਿੱਚ ਕੋਈ ਫਰਕ ਨਹੀਂ। ਗਿਆਨ ਅੰਜਨ ਗੁਰ ਦੀਆ, ਗਿਆਨ ਅਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, तो नानक मन प्रकाश। ਰੌਸ਼ਨੀ ਇੱਕੋ ਹੈ। ਔਰ ਫਿਰ ਜਦੋਂ ਤੁਸੀਂ ਇਕੱਠੇ ਦੀਵੇ ਰੱਖਦੇ ਹੋ 10 ਕੁ, ਇਹ ਨਹੀਂ ਪਤਾ ਲੱਗਦਾ ਕਿ ਆ ਮੇਰੇ ਕੋਲ ਜਿਹੜੀ ਰੌਸ਼ਨੀ ਕਿਹੜੇ ਦੀਵੇ ਦੀ ਆ ਰਹੀ ਹੈ, ਖੱਬਿਓਂ ਆ ਰਹੀ ਹੈ, ਸੱਜੇ ਆ ਰਹੀ ਹੋ, ਕਿੱਥੋਂ ਆ ਰਹੀ ਹੈ, ਕਿਉਂਕਿ ਮੇਰਾ ਮਤਲਬ ਤੇ ਮੈਨੂੰ ਰੌਸ਼ਨੀ ਨਾਲ ਹੈ। ਇਸ ਵਾਸਤੇ ਸੰਤ ਜਨੋ ਇਹੋ ਜਿਹੇ ਬਚਨ ਜਿਨ੍ਹਾਂ ਨੂੰ ਅਸੀਂ ਕੇਵਲ ਸੁਣੀਏ ਨਾ, ਕੇਵਲ ਅਸੀਂ ਉਹਨੂੰ ਵਿਚਾਰੀਏ ਕਿ ਇਹਦਾ ਭਾਵ ਕੀ ਹੈ, ਉਹਨਾਂ ਦੇ ਇਸ ਪੈਰਾਬਲ ਦਾ ਇਹ ਬਹੁਤ ਭਾਵ ਹੈ ਕਿ ਭਾਈ ਕੋਈ ਫਰਕ ਨਹੀਂ ਜੇ, ਗਿਆਨ ਇੱਕੋ ਹੀ ਹੈ। ਔਰ ਜਿਹਨੂੰ ਗਿਆਨ ਹੋਇਆ ਉਹ ਫਿਰ ਘਰ ਹੀ ਨਾ ਬਹਿ ਜੇ ਵੰਡੇ, ਉਹ ਹੋਰਨਾਂ ਨੂੰ ਵੀ ਨਾਲ ਜੋੜੇ, ਇਸ ਪਰਮ ਪਿਤਾ ਦੇ, ਇਸ ਹਰੀ ਦੇ ਨਾਲ, ਇਸ ਸੋਹਣ ਦੇ ਨਾਲ ਹੋਰਨਾਂ ਨੂੰ ਵੀ ਜੋੜੇ, ਗੁਰੂ ਨਾਲ ਹੋਰਨਾਂ ਨੂੰ ਵੀ ਜੋੜੇ, ਔਰ ਆਵਾਜ਼ ਦੇ ਕਿ ਮੈਨੂੰ ਇਹ ਗਿਆਨ ਗੁਰੂ ਤੋਂ ਪ੍ਰਾਪਤ ਹੋਇਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅਧੇਰ ਬਨਾਸ, ਕਿਉਂਕਿ ਆਪਣੀ ਗੱਲ ਕਰਨੀ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਔਰ ਸੰਤ ਜਨੋ ਇੱਕ ਉਹਨਾਂ ਨੇ ਹੋਰ ਪੈਰਾਬਲ ਦੱਸਿਆ ਕਿ ਕਿਸਾਨ ਜੋ ਹੈ ਉਹ ਤੇ ਬਹੁਤ ਵਧੀਆ ਬੀਜ ਬੀਜਦਾ, ਔਰ ਬੀਜ ਦੇ ਉੱਤੇ ਉਹਨਾਂ ਦੇ 2 ਪੈਰਾਬਲ ਨੇ, ਯਾਨੀ 2 ਤਰੀਕੇ ਨਾਲ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਸ਼ੇਸ਼ ਨੇ ਇੱਕ ਦਿਨ ਕਿਹਾ ਕਿ ਮਹਾਰਾਜ ਤੁਸੀਂ ਜਿੰਨੀ ਵੀ ਸਿੱਖਿਆ ਆਪਣੀ ਦਿੰਦੇ ਹੋ ਪਏ, ਇਹ ਪੈਰਾਬਲ ਦੇ ਵਿੱਚ, ਕਹਾਣੀਆਂ ਦੇ ਵਿੱਚ ਕਿਉਂ ਦਿੰਦੇ ਹੋ? ਮਹਾਰਾਜ ਨੇ ਕਿਹਾ ਤੁਹਾਡੇ ਕੋਲ ਸੱਚ ਹੈ, ਲੇਕਿਨ ਉਹਨਾਂ ਕੋਲ ਨਹੀਂ ਹੈ। ਜਿਨ੍ਹਾਂ ਕੋਲ ਨਹੀਂ ਹੈ ਉਹ ਜਿਹੜੀ ਭਾਸ਼ਾ ਦੇ ਵਿੱਚ ਉਹ ਸਮਝ ਸਕਦੇ ਨੇ, ਮੈਂ ਉਸ ਭਾਸ਼ਾ ਦੀ ਗੱਲ ਕਰਦਾ ਸਮਝਾਉਣ ਲਈ। ਔਰ 2 ਪੈਰਾਬਲ ਉਹਨਾਂ ਨੇ ਦੱਸੇ। ਉਹਨਾਂ ਕਿਹਾ ਜਦੋਂ ਗੁਰੂ ਆਉਂਦਾ ਹੈ, ਔਰ ਇਹਦਾ ਉਹਨਾਂ ਨੇ ਮਿਸਾਲ ਕਿਸਾਨ ਦੀ ਖੇਤੀ ਨਾਲ ਕੀਤੀ, ਵੀ ਕਿਸਾਨ ਜਿਹੜਾ ਹੈ ਉਹ ਛੱਟਾ ਦਿੰਦਾ, ਕਹਿੰਦਾ ਬੀਜ ਦਾ ਛੱਟਾ ਦਿੰਦਾ, ਲੇਕਿਨ ਕੁਝ ਬੀਜ ਜਿਹੜੇ ਨੇ ਉਹ ਡਿੱਗ ਪੈਂਦੇ ਨੇ ਸੜਕ ਤੇ, ਰਸਤੇ 'ਚ ਡਿੱਗ ਪੈਂਦੇ ਨੇ। ਔਰ ਉਹਨਾਂ ਕਿਹਾ ਜਿਹੜੇ ਰਸਤੇ 'ਚ ਡਿੱਗ ਪੈਂਦੇ ਨੇ ਉਹ ਪੰਛੀ ਆ ਕੇ ਚੁਗ ਲੈਂਦੇ ਨੇ, ਚੁਗ ਲੈਂਦੇ ਨੇ। ਬਸ ਉਹਨਾਂ ਦੀ ਇੰਨੀ ਕੀ ਉਮਰ ਸੀ, ਪੰਛੀ ਚੁਗ ਲੈ। ਅਸੀਂ ਦੇਖਦੇ ਹਾਂ ਕਈ ਲੋਕ ਸੰਤਾਂ ਕੋਲ ਜਾਂਦੇ ਨੇ, ਭੀੜ ਦੀ ਭੀੜ ਜਾਂਦੀ ਹੈ, ਭਾਵੇਂ ਕਿਸੇ ਵੀ ਮਹਾਂਪੁਰਸ਼ ਕੋਲ ਜਾਣ, ਲੇਕਿਨ ਕਈ ਜਿਵੇਂ ਮੇਰੇ ਵਰਗੇ ਫੜ ਫੁੜ ਕੇ ਦੋਸਤਾਂ ਮਿੱਤਰ, ਆਓ ਜੀ ਤੁਸੀਂ ਸਤਸੰਗ ਕਰੋ, ਬਸ ਉਹ ਪੰਛੀ ਚੁਗ ਜਾਂਦੇ ਨੇ, ਬਸ ਜਿੰਨਾ ਚਿਰ ਉੱਥੇ ਨੇ ਉਹਨਾਂ ਚਿਰ ਹੀ, ਉਸ ਤੋਂ ਬਾਅਦ ਨਹੀਂ। ਉਹ ਮਹਾਰਾਜ ਨੇ ਕਿਹਾ ਜੇ ਅਸੀਂ ਵੇਖੀਏ ਗੁਰੂ ਘਰ ਦੇ ਵਿੱਚ ਲੋਕ ਜਾਂਦੇ ਨੇ, ਕਈ ਪ੍ਰਚਾਰਕ ਆਉਂਦੇ ਨੇ, ਉਹਨਾਂ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਉਹਨਾਂ ਨੂੰ, ਬਹੁਤ ਸੋਹਣਾ ਸੀ, ਬਹੁਤ ਸੋਹਣਾ ਸੀ ਜੀ, ਉਹ ਪਾਉਂਡ ਵੀ ਦੇ ਆਉਣਗੇ ਉਹਨਾਂ ਨੂੰ, ਲੇਕਿਨ ਉੱਥੇ ਹੀ ਛੱਡ ਦਿੰਦੇ ਨੇ। ਚੁਗ ਲਿਆ, ਪੰਛੀਆਂ ਨੇ ਚੁਗ ਲਿਆ, ਜਿਉਂ ਬਾਹਰ ਨਿਕਲਿਆ ਤੇ ਯਾਰ ਦੋਸਤ ਮਿਲ ਗਏ, ਉਹ ਤੂੰ ਕਿੱਥੇ ਜਾ ਵੜਿਆ ਸੀ, ਤੂੰ ਏਦਾਂ ਕਹਿੰਦੇ ਪੰਛੀ ਦੀ ਕਿਵੇਂ ਚੁਗਦਾ। ਇਹਦੀ ਮਿਸਾਲ ਭਗਵਾਨ ਯਿਸੂ ਮਸੀਹ ਨੇ ਦਿੱਤੀ, ਪੰਛੀ ਕਿਵੇਂ ਚੁਗ ਜਾਵੇ, ਬਾਹਰ ਨਿਕਲਿਆ ਨਹੀਂ, ਅਜੇ ਬੀਜ ਪਾਇਆ ਹੀ ਹੈ ਕਿਸਾਨ ਨੇ, ਤੇ ਉਸ ਵੇਲੇ ਉਹ ਮਿਲੇ, ਉਹ ਇੱਥੇ ਕਿੱਥੇ, ਸਭ ਚੋਰ ਨਹੀਂ। ਬੰਦਾ ਆਪ ਕਦੇ ਆਇਆ ਨਹੀਂ ਹੁੰਦਾ, ਸਾਰਿਆਂ ਨੂੰ ਚੋਰ ਕਹਿ ਦਿੰਦਾ, ਭਈ ਤੂੰ ਆਪਣਾ ਬਟੂਆ ਘਰ ਰੱਖਿਆ, ਤੈਨੂੰ ਕਿੰਨੇ ਕਿਹਾ। ਤਾਂ ਸੰਤ ਜਨੋ ਫਿਰ ਉਹਨਾਂ ਕਿਹਾ ਕਿ ਕੁਝ ਬੀਜ ਜਿਹੜੇ ਨੇ ਉਹ ਪਥਰੀਲੀ ਜ਼ਮੀਨ ਤੇ ਪੈ ਜਾਂਦੇ ਨੇ, ਪਥਰੀਲੀ ਤੇ। ਸੰਤ ਜਨੋ ਪਥਰੀਲੀ ਜ਼ਮੀਨ ਦੇ ਉੱਤੇ ਕਹਿੰਦੇ ਬੀਜ ਪੁੰਗਰਦਾ ਹੈ, ਉਸੇ ਵੇਲੇ ਪੁੰਗਰ ਜਾਂਦਾ,
पर ਜਿਉਂ ਹੀ ਸੂਰਜ ਚੜ੍ਹਦਾ ਹੈ ਗਰਮੀ ਲੱਗਦੀ ਹੈ ਖਤਮ। ਇਸ ਤਰ੍ਹਾਂ ਦਾ ਵੀ। ਔਰ ਜਿਵੇਂ ਬਾਣੀ 'ਚ ਕਈ ਵਾਰੀ ਮੈਂ ਸ਼ਬਦੋਂ ਪੜ੍ਹਦਾ ਹੁੰਦਾ ਸਾਂ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਤੇ ਮੈਂ ਕਈ ਵਾਰੀ ਸੋਚਦਾ ਸਾਂ ਕਿ ਪੱਥਰ ਨੂੰ ਕਿਉਂ ਪਾਰ ਤਾਰਾ ਕਰਦੇ, ਪਸ਼ੂ ਵੀ, ਪਸ਼ੂਆਂ ਨੂੰ ਵੀ, ਪ੍ਰੇਤਾਂ ਨੂੰ ਵੀ, ਮੂਰਖਾਂ ਨੂੰ ਵੀ। ਉਹ ਫਿਰ ਜਦੋਂ ਸੰਤਾਂ ਦੀ ਸੰਗਤ ਮਿਲੀ ਫਿਰ ਸਮਝ ਆਈ ਕਿ ਪੱਥਰਾਂ ਨੂੰ ਨਹੀਂ ਕੋਈ ਗਿਆਨ ਹੁੰਦਾ, ਬੰਦੇ ਹੀ ਪੱਥਰ ਦਿਲ ਹੁੰਦੇ ਨੇ। ਸਾਡੇ ਵਿੱਚੋਂ ਹੀ ਸਾਡੇ ਭੈਣ ਭਰਾ ਰਿਸ਼ਤੇਦਾਰ ਕਈ ਐਸੇ ਹੋਣਗੇ ਬੜਾ ਪੱਥਰ ਦਿਲ ਹੈ ਤੂੰ। ਔਰ ਯਿਸੂ ਮਸੀਹ ਜੀ ਕਹਿ ਰਹੇ ਨੇ ਕਿ ਕੁਝ ਬੀਜ ਪਥਰੀਲੀ ਜ਼ਮੀਨ ਤੇ ਪੈ ਜਾਂਦਾ ਹੈ, ਉਹ ਪੁੰਗਰਦਾ ਹੈ ਬਸ, ਪਰ ਉਹਦੀ ਉਮਰ ਨਹੀਂ ਹੁੰਦੀ। ਔਰ ਫਿਰ ਉਹਨਾਂ ਕਿਹਾ ਕੁਝ ਐਸੇ ਬੀਜ ਨੇ ਜਿਹੜੇ ਕੰਡਿਆਂ ਵਿੱਚ ਜਾ ਪੈਂਦੇ ਨੇ, ਉਹ ਉਗਦੇ ਵੀ ਨੇ ਲੇਕਿਨ ਉਹਨਾਂ ਨੂੰ ਕੰਡੇ ਹੀ ਖਾ ਜਾਂਦੇ ਨੇ। ਔਰ ਉਹ ਕੰਡੇ ਕਿਹੜੇ ਜੇ? ਆਪ ਜੀ ਆਸ ਹੈ ਤੁਹਾਨੂੰ ਇਸ ਗੱਲ ਤੇ ਸਮਝਾ ਕੇ ਗੱਲ ਕਿਹੜੀ ਹੈ। ਕੰਡੇ ਇਹ ਦੁਨੀਆ ਦੇ ਸਮਾਜ ਦੇ ਵਿੱਚ ਨੇ, ਸਮਾਜ ਦੇ ਦੁੱਖ, ਸਮਾਜ ਦੇ ਦਰਦ, ਧੀਆਂ ਪੁੱਤਰਾਂ ਦੀਆਂ ਜ਼ਿੰਮੇਵਾਰੀਆਂ, ਇਹ ਐਸੇ ਕੰਡੇ ਹਨ। ਕਈ ਵਾਰੀ ਤੁਸੀਂ ਸਾਰੇ ਬੜੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਕੋਈ ਇਹੋ ਜਿਹੀ ਦੁੱਖ ਵਾਲੀ ਗੱਲ ਨਹੀਂ ਹੈ, ਲੇਕਿਨ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਹੈਰਾਨ ਹੋ ਜਾਂਦਾ ਬੰਦਾ ਕਿਸ ਤਰੀਕੇ ਦੇ ਨਾਲ ਅੱਜ ਇਨਸਾਨ ਗ੍ਰਸਤ ਹੋਇਆ ਪਿਆ। ਔਰ ਇਹ 2020 ਸਾਲ ਪਹਿਲਾਂ ਭਗਵਾਨ ਸ਼੍ਰੀ ਯਿਸੂ ਮਸੀਹ ਨੇ ਗੱਲ ਕਹੀ, ਅੱਜ ਵੀ ਉਨੀ ਸੱਚ। ਕਈ ਨਾਮਦਾਨ ਪ੍ਰਾਪਤ ਕਰਦੇ ਨੇ, ਸੰਤਾਂ ਕੋਲ ਜਾਂਦੇ ਨੇ, ਪਿਆਰ ਲੈਂਦੇ ਨੇ, ਦਿੰਦੇ ਨੇ, ਔਰ ਉਹ ਫਿਰ ਜਿਹੜੀ ਸਮਾਜਿਕ ਕੰਡੇ ਨੇ ਉਹ ਹੀ ਖਾ ਜਾਂਦੇ ਨੇ, ਫਿਰ ਫਸਲ ਨਹੀਂ ਹੁੰਦੀ। ਔਰ ਚੌਥੀ ਕਿਸਮ ਦੇ ਭਗਵਾਨ ਯਿਸੂ ਮਸੀਹ ਨੇ ਕਿਹਾ ਉਹ ਬੀਜ ਕੁਝ ਜ਼ਖਰ ਉਪਜਾਊ ਧਰਤੀ ਤੇ, ਜ਼ਰਖੇਜ਼ ਧਰਤੀ ਤੇ ਡਿੱਗਦੇ ਨੇ। ਉਹ ਜਿਹੜੇ ਜ਼ਰਖੇਜ਼ ਧਰਤੀ ਤੇ ਡਿੱਗਦੇ ਨੇ ਉਹ ਫਿਰ ਕਈ ਗੁਣਾ ਹੋ ਜਾਂਦੇ ਨੇ। ਉਹ ਮੈਂ ਦੇਖਣਾ ਆਪ ਸਾਰੇ ਕਾਂਸ਼ੀ ਟੀਵੀ ਰਾਹੀਂ ਜਿੰਨੇ ਵੀ ਭੈਣਾਂ ਭਰਾ ਬੱਚੇ ਬਜ਼ੁਰਗ ਜੁੜਦੇ ਹੋ, ਆਪ ਜੀ ਜ਼ਰਖੇਜ਼ ਧਰਤੀ ਹੈ, ਉਪਜਾਊ ਧਰਤੀ ਹੈ, ਨਾਮ ਦੇ ਬਾਰੇ ਸੁਣਦੇ ਹੋ, ਉਹਨੂੰ ਵਿਚਾਰਦੇ ਹੋ, ਉਹਦੀ ਪ੍ਰਾਪਤੀ ਵੀ ਕਰਨ ਦੀ ਕੋਸ਼ਿਸ਼ ਕਰਦੇ ਹੋ। ਸੋ 2020 ਵਰੇ ਪਹਿਲਾਂ ਜੋ ਅੱਜ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ ਸਮਾਜ ਦੇ ਵਿੱਚ, ਇਹ ਉਦੋਂ ਵੀ ਇੰਝ ਹੀ ਸੀ। ਔਰ ਫਿਰ ਹੁੰਦਾ ਕੀ ਹੈ, ਜਿਹੜਾ ਜ਼ਰਖੇਜ਼ ਧਰਤੀ ਤੇ ਵੀ ਬੀਜ ਪੈ ਗਿਆ, ਉਪਜਾਊ ਧਰਤੀ ਤੇ ਵੀ, ਕਹਿੰਦੇ ਨੇ ਕਿ ਭਗਵਾਨ ਯਿਸੂ ਮਸੀਹ ਕਹਿੰਦੇ ਨੇ, ਇੱਕ ਉਹਨਾਂ ਦਾ ਪੈਰਾਬਲ ਹੈ ਕਿ ਕਿਸਾਨ ਵਿਚਾਰਾ ਬੀਜਦਾ, ਬੜੀ ਅੱਛੀ ਤਰ੍ਹਾਂ ਵਾਹੀ ਕਰਦਾ ਹੈ, ਗੋਡੀ ਗਾਡੀ ਕਰਦਾ ਹੈ, ਹਲ ਵਾਹੁੰਦਾ ਹੈ, ਖਾਦ ਵੀ ਪਾਉਂਦਾ ਹੈ, ਸਭ ਕੁਝ, ਤੇ ਬੜੀ ਉਪਜਾਊ ਧਰਤੀ ਦੇ ਵਿੱਚ ਬੀਜ ਪਾਉਂਦਾ ਹੈ। ਤੁਸੀਂ ਜਿੰਨੇ ਵੀ ਸਤਸੰਗ ਨਾਲ ਜੁੜੇ ਹੋ, ਉਪਜਾਊ ਧਰਤੀ ਹੋ, ਨਹੀਂ ਤੇ ਸੰਤਾਂ ਦੇ ਕੋਲ ਜਾਂਦਾ ਕਿਹੜਾ? ਬਹੁਤ ਭਾਗਾਂ ਵਾਲਾ ਹੀ ਕੋਈ ਜਾਂਦਾ ਹੈ। ਉਪਜਾਊ ਧਰਤੀ ਕਹਿੰਦੇ ਨੇ ਕਿ ਕਿਸਾਨ ਵਿਚਾਰਾ ਬੀਜ ਪਾ ਕੇ ਆ ਕੇ ਸੌਂਦਾ ਹੈ, ਤੇ ਕਈ ਜਿਹੜੇ ਕਹਿੰਦੇ ਦੁਸ਼ਮਣ ਨੇ, ਇਹ ਸ਼ਬਦ ਵਰਤਿਆ, ਐਨੀਮੀ, ਦੁਸ਼ਮਣ, ਉਹ ਆ ਕੇ ਵੀਡ ਬੀਜ ਜਾਂਦੇ ਨੇ, ਯਾਨੀ ਹੋਰ ਘਾਹ ਫੂਸ ਬੀਜ ਜਾਂਦੇ ਨੇ ਵਾਧੂ ਤੱਕ। ਔਰ ਵਿਚਾਰਾ ਜਦੋਂ ਫਸਲ ਉਗਦੀ ਹੈ ਕਿਸਾਨ ਹੈਰਾਨ ਹੋ ਜਾਂਦਾ ਹੈ ਵੀ ਭਾਈ ਮੈਂ ਤੇ ਬੀਜਿਆ ਨਹੀਂ, ਇਹ ਕਿੱਥੋਂ ਆ ਗਿਆ ਘਾਹ ਫੂਸ, ਇਹ ਵਾਧੂ ਦੀਆਂ। ਔਰ ਕਿਉਂਕਿ ਜਿਹੜਾ ਵੀ ਘਾਹ ਫੂਸ ਨਾਲ ਆ ਜਾਂਦਾ ਹੈ
ਉਹ ਜਿਹੜੀ ਉਪਜਾਊ ਜਿਹੜੀ ਫਲਦਾਰ ਬੂਟੇ ਨੇ, ਫਸਲ ਹੈ, ਉਹਨਾਂ ਦੀ ਸ਼ਕਤੀ ਵੀ ਕਮਜ਼ੋਰ ਕਰਦਾ ਹੈ। ਤੇ ਉਹਨਾਂ ਦੇ ਸ਼ਿਸ਼ਿਆਂ ਨੇ ਕਿਹਾ, ਕਹਿੰਦੇ ਫਿਰ ਅਸੀਂ ਜਾਈਏ ਉਹਨੂੰ ਪੁੱਟ ਲਈਏ। ਮਤਲਬ ਦੇਖੋ ਤੁਸੀਂ, ਜਿਸ ਤਰ੍ਹਾਂ ਫਰਜ਼ ਕੀਤਾ ਤੁਸੀਂ ਸਤਸੰਗ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਕਮੇਟੀ ਬਣੀ, ਚਲੋ ਅੱਜ ਕੱਲ੍ਹ ਇਹ ਦੇ ਲੈਣੇ ਮਿਸਾਲ, ਤੇ ਉਹਦੇ ਵਿੱਚ ਤੁਸੀਂ ਜਦੋਂ ਚੁਣਿਆ, ਭਾਵੇਂ ਵੋਟਾਂ ਨਾਲ ਚੁਣੋ ਜਾਂ ਉਸ ਤਰ੍ਹਾਂ ਬੈਠ ਕੇ ਚੁਣੋ, ਤੁਸੀਂ ਤੇ ਚੰਗੀ ਫਸਲ ਹੀ ਚੁਣੀ, ਲੇਕਿਨ ਉਹ ਵਿੱਚ ਘਾਹ ਫੂਸ ਕਿਹੜਾ ਆ ਜਾਂਦਾ, ਜਿਹੜੇ ਵਿਰੋਧੀ ਐਵੇਂ ਜਿੰਨਾ ਕਰਨਾ ਕੱਖ ਨਹੀਂ, ਉਹ ਆ ਕੇ ਵਿਰੋਧ ਕਰਨਾ ਸ਼ੁਰੂ ਕਰ ਦੇਣਗੇ, ਉਹ ਘਾਹ ਫੂਸ ਹੈ। ਔਰ ਫਿਰ ਕਈ ਵਾਰੀ ਜਿਹੜੇ ਚੰਗੇ ਸੇਵਾਦਾਰ ਹੁੰਦੇ ਕਹਿੰਦੇ ਅੱਛਾ ਇਹਨਾਂ ਨੂੰ ਜਰਾ ਮਜ਼ਾ ਚਖਾਈਏ, ਲੇਕਿਨ ਵਿੱਚੋਂ ਜਿਹੜੇ ਸਿਆਣੇ ਉਹ ਕਹਿੰਦੇ ਨਹੀਂ, ਹੁਣ ਭਗਵਾਨ ਯਿਸੂ ਮਸੀਹ ਦੀ ਗੱਲ ਨੂੰ ਆਪ ਜੀ ਤੁਸੀਂ ਇਸ ਤਰ੍ਹਾਂ ਸਮਝਣਾ ਜੋ ਵਰਤਮਾਨ ਵਿੱਚ ਸਾਡੇ ਨਾਲ ਹੋ ਰਿਹਾ। ਉਹਨਾਂ ਕਿਹਾ ਨਹੀਂ, ਤੁਸੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ। ਉਹਨਾਂ ਕਿਹਾ ਜਦੋਂ ਫਸਲ ਹੋ ਜਾਏਗੀ ਫਿਰ ਮੈਂ ਕਿਸਾਨ ਨੂੰ ਕਹਾਂਗਾ ਕਿ ਭਾਈ ਜਾ ਕੇ ਪਹਿਲਾਂ ਵੀਡਸ ਜਿਹੜੇ ਨੇ ਨਾ, ਆ ਜਿਹੜਾ ਘਾਹ ਫੂਸ ਇਹਨਾਂ ਨੂੰ ਕੱਢ, ਤਾਂ ਕਿ ਇਹਨਾਂ ਨੂੰ ਸਾੜਿਆ ਜਾਏ। ਆ ਸ਼ਬਦ ਬਰਨ ਲਿਖਿਆ ਹੈ। ਹੁਣ ਉਹ ਕਿਸੇ ਖੇਤੀ ਦੀ ਗੱਲ ਨਹੀਂ, ਇਹ ਸੰਗਤ ਦੀ ਗੱਲ ਹੈ, ਇਹ ਗਿਆਨੀਆਂ ਦੀ ਗੱਲ ਹੈ। ਔਰ ਉਹਨਾਂ ਨੇ ਕਿਹਾ ਕਿ ਫਿਰ ਉਹਨੂੰ ਤਾਂ ਕਿ ਲੁਹਿਆ ਜਾ ਸਕੇ, ਤਾਂ ਜੋ ਫਿਰ ਜਿਹੜੀ ਲਾਭਦਾਇਕ ਫਸਲ ਹੈ, ਖੇਤੀ ਹੈ, ਅਸੀਂ ਉਹਦਾ ਸਮਾਜ ਲਾਭ ਲੈ ਸਕੇ। ਸਾਧ ਸੰਗਤ ਕਿਸ ਤਰੀਕੇ ਦੇ ਨਾਲ ਉਸ ਵੇਲੇ ਵੀ ਪੈਰਾਬਲਾਂ ਦੇ ਨਾਲ, ਯਾਨੀ ਇਹ ਜਿਹੜੀਆਂ ਗੱਲਾਂ ਹੁਣ ਹੁੰਦੀਆਂ ਅੱਜ ਕੱਲ੍ਹ ਪਈਆਂ, ਉਦੋਂ ਵੀ ਹੁੰਦੀਆਂ ਹੋਣਗੀਆਂ, ਤਾਂ ਹੀ ਜੀਸਸ ਕਰਾਈਸਟ ਜੀ ਮਹਾਰਾਜ ਨੇ ਇਹੋ ਜਿਹੇ ਪੈਰਾਬਲ ਦਿੱਤੇ ਨੇ। ਔਰ ਦਾਸ ਇਹ ਸਮਝਦਾ ਹੈ ਕਿ ਅੱਜ ਵੀ ਇਹ ਲਾਗੂ ਹੁੰਦੇ ਨੇ ਸਾਡੇ ਜੀਵਨ ਦੇ ਉੱਤੇ, ਅੱਜ ਵੀ ਅਸੀਂ ਇਹਨਾਂ ਤੋਂ ਬਹੁਤ ਸਿੱਖਿਆ ਪ੍ਰਾਪਤ ਕਰ ਸਕਦੇ ਹਾਂ। ਔਰ ਫਿਰ ਜਿਸ ਤਰ੍ਹਾਂ ਆਪ ਜੀ ਨੂੰ, ਜਿਸ ਨੂੰ ਵੀ ਮਜ਼ਾ ਆ ਜਾਂਦਾ ਹੈ ਰੂਹਾਨੀਅਤ ਦਾ, ਜਿਸ ਨੂੰ ਰੱਬੀ ਗਿਆਨ ਦੀ ਖੋਜ ਹੁੰਦੀ ਹੈ, ਉਹ ਫਿਰ ਕਿਸੇ ਵਹਿਮ ਭੁਲੇਖੇ ਵਿੱਚ ਨਹੀਂ ਪੈਂਦਾ, ਉਹ ਕਿਸੇ ਦੇ ਪਿੱਛੇ ਲਾਈ ਲੱਗ ਨਹੀਂ ਰਹਿੰਦਾ। ਹੁਣ ਜਿਹਨੇ ਆਪ ਅਨੁਭਵ ਕਰ ਲਿਆ ਹਰੀ ਦੇ ਨਾਲ ਮਿਲ ਕੇ ਜੋ ਆਨੰਦ ਆਉਂਦਾ ਹੈ, ਇਸ ਨੂੰ ਅੰਦਰ ਦੀ ਆਤਮਾ ਨੂੰ ਜਿਹਨੇ ਅਨੁਭਵ ਕਰ ਲਿਆ, ਉਹਨੂੰ ਫਿਰ ਕੋਈ ਝੁਠਲਾ ਨਹੀਂ ਸਕਦਾ, ਤੇ ਉਹਨੂੰ ਕੋਈ ਥਿੜਕਦਾ ਵੀ ਨਹੀਂ। ਉਹ ਇਹਦੇ ਬਾਰੇ ਮਹਾਰਾਜ ਨੇ ਕਿਹਾ ਕਿ ਜਿਹੜੀ ਕਿੰਗਡਮ ਆਫ ਹੈਵਨ ਹੈ, ਉਹ ਇੰਝ ਹੈ ਕਿ ਜਿਵੇਂ ਕੋਈ ਛੁਪਿਆ ਖਜ਼ਾਨਾ ਲੱਭਣ ਜਾਂਦਾ ਹੈ, ਹਿਡਨ ਟ੍ਰੇਜਰ, ਇਹ ਉਹਨਾਂ ਨੇ ਸ਼ਬਦ ਵਰਤੇ, ਤੇ ਹੈ ਵੀ ਹੈ। ਦੁਨੀਆ ਵਿੱਚ ਕਰਮਕਾਂਡ ਤੇ ਬੜਾ, ਕਈ ਤੀਰਥ ਨੇ, ਕਈ ਪੁੱਛੋ ਕੋਈ ਨਾ, ਕਈ ਜਗ੍ਹਾ ਪੂਜਾ ਵੱਖੋ ਵੱਖ ਦੱਸੀ ਜਾਂਦੀ ਹੈ। ਅਰਦਾਸ ਇੱਕ ਵਾਰੀ ਚਾਈਨਾ ਗਿਆ ਸੀ, ਤੇ ਮੈਂ ਸੋਚਦਾ ਸੀ ਖੋਰੇ ਧੂਪ ਅਗਰਬੱਤੀਆਂ ਸਾਡੇ ਹੀ ਜਗਦੀਆਂ, ਸਾਡੇ ਤੇ ਉਨੀਆਂ ਜਗਦੀਆਂ ਹੀ ਨਹੀਂ ਜੇ, ਉੱਥੇ ਇੰਨਾ ਧੂਆਂ ਦਿੰਦੇ ਨੇ ਮੰਦਿਰਾਂ ਦੇ ਵਿੱਚ। ਔਰ ਸਾਧ ਸੰਗਤ ਇਹ ਤੇ ਹੈ, ਲੇਕਿਨ ਜਿਹੜਾ ਕਿੰਗਡਮ ਆਫ ਹੈਵਨ ਹੈ, ਜਿਹੜਾ ਸੋਹਣ ਹੈ, ਜੋ ਹਰੀ ਹੈ, ਉਹ ਇਹਨਾਂ ਤੋਂ ਬਾਹਰ ਹੈ। ਬਾਣੀ 'ਚ ਲਿਖਿਆ, ਵੇਦ ਕਿਤੇ ਪੁਰਾਣਾ ਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੇ ਜ਼ਾਹਰਾ। ਕਹਿੰਦੇ ਨੇ ਵੇਦਾਂ ਸ਼ਾਸਤਰਾਂ ਵਿੱਚ ਗੱਲਾਂ ਲਿਖੀਆਂ, ਹੁਣ ਮੇਰੀ ਬਾਣੀ ਨਹੀਂ ਹੈ। ਇਸ ਵਾਸਤੇ ਗੱਲ ਤੇ ਇਹ ਹੈ ਕਿ ਇਹਨੂੰ ਸਮਝਣ ਦੀ ਜ਼ਰੂਰਤ ਹੈ। ਵੇਦ ਕਿਤੇ ਪੁਰਾਣਾ ਬਾਹੂ ਬਾਹਰ ਹੈ। ਜਦੋਂ ਵੇਦ ਸ਼ਾਸਤਰ ਨਹੀਂ ਸਨ, ਹਰੀ ਤੇ ਫਿਰ ਵੀ ਸੀ। ਇਹ ਵੀ ਸਤਿਗੁਰੂ ਕਬੀਰ ਜੀ ਨੇ ਕਿਹਾ, ਦਿਵਸ ਨੇ ਰੈਨ ਵੇਦ ਨਹਿ ਸ਼ਾਸਤਰ,
जो दिन रात ही नहीं सन वेद शास्त्र कितों होने सन। और जे असी देखिए कि सतगुरु रविदास जी महाराज 10 गुरुआं तो और उन्हां तो पहला कबीर च तो पहला हरि ते सी ना, तां ही ते हरि दी चर्चा होई। हरि ना हुंदा ते ओदी चर्चा किवें होनी सी, हरि ते पहला भी सी। सो इस वास्ते वेदां कतेबां तो बाहर नानक पातशाह दिते ज़ाहर ये किते छुपिया नहीं है। और महाराज ने कहा कि जदों कोई इस खजाने की खोज ते निकलदा, भगवान यीशु मसीह कहते हैं कि यह जिहड़ा हिडन ट्रेजर है, ये खजाना जिहड़ा सुखां दा स्रोत है, जिहड़ा तुहाडे अंदर है, हर एक दे अंदर है, ये किते बाहर नहीं है। जो अंदर वो ही बाहर है। जो अंतर सो बाहर अनंत घट घट व्याप रहा भगवंत घट घट विच व्यापिया है। जो अंतर सो बाहर अनंत अंतर है। ये 5-6 फुट दे शरीर दे विच 70-80 किलो वेट दे विच बाहर वही अनंत है। जिन्ना चिर शरीर च है इनू मिनिया जा सकता, नापिया जा सकता, तोलिया जा सकता, पर जब सर्व व्यापक है, बाहर है, ये अनंत है। तो महाराज यीशु मसीह जी कहते हैं ऐसा खजाना जो हिडन है। और कहते कोई लभन जदों जाता है तो उन्होंने किसी जमीन दे विच जदों मिल जाता है, फिर वो की करता, कहते फिर उन्हें सारा कुछ वेच के ते भजदा है वो जमीन खरीदन वास्ते जिथे खजाना है। साध संगत मीरा एवें नहीं भज के आई, मंदिर ते उहदे महल च भी सी, लेकिन हिडन ट्रेजर जिहड़ा सी वो सतगुरु रविदास जी दे कोल सी उस वेले। तां ही ते राजन बगैर वेखो कोई उस वेले किहड़ियां गड्डियां ते जहाज सन, लेकिन फिर भी चल के आई। श्री गुरु नानक देव जी दे कोल जेड़े लहना जी सीगे, ये हर साल देवी दी यात्रा ते आप जाते सन, नाल जथा लैके जाते सन। घट नहीं सेवा। इस तरह ला लो गुरु अमरदास जी महाराज वो बहुत छबीला लगाते सन, बहुत सेवा करते सन, कोई घट नहीं सन। और इथों तक श्री गुरु अमरदास जी ने फरमाया पाठ पढ़ियो अर्ध वेद विचारियो, निवल भयंगम साधे, न्यौली कर्म भी मैं कीते, पंच जना स्यों संग ना छुटके। पर जिहड़ियां 5 मेरे दुश्मन ने उन्हां दे कोलों मेरा संग नहीं छुटिया। अनेक बातें सगों मैं ज्यों ज्यों कर्मकांड करदा सा, छबीलां लगांदा सा, मेरे मन दे विच हंकार होर वधदा सी, अधिक हो जांदा सी। और फिर कहंदे मेरी स्टेटमेंट लै लो, मेरे बयान ने, ये श्री गुरु अमरदास जी तीसरे पातशाह कह रहे हैं, मेरी स्टेटमेंट मैं किए कर्म ने, कहंदे मैं बहुत कर्म कीते सी पर प्राप्ति नहीं हुई। कदों प्राप्ति हुई? जदों अपने कुड़म गुरु अंगद देव जी दे चरनां ते हार परियो स्वामी के द्वारे। जदों हार के हारे भी कदों? अजीब कथा है। गर्मियां विच आपां वेखदे सी पिंडां विच भी कि कहंदे बड़ा वड्डा परोपकार करना ते खूह लवा दिओ। गर्मियां च आउण जाण वाले यात्री या कईयां ने छबील ला देनी, और उन्हां छबील लाई होई सी। गर्मियां च आउंदे जांदे नूं पानी छकांदे सन, और जल छकण वाले ने आप ही नारायण जिहड़ा सी आप ही हरि बन के आ गया उहदे रूप च। उन्हां ने जल छकिया ते कहा गुरसिखा तू इन्ने प्यार दे नाल जल छकाना पिया, तेरा गुरु किहड़ा है?
ਜਦੋਂ ਇੰਜ ਕਿਹਾ, ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਬਾਅਦ ਚ ਬਣੇ, ਔਰ ਕਿਸ ਤਰ੍ਹਾਂ ਬਣੇ ਬੁਢਾਪੇ ਚ ਵੀ ਤੁਹਾਨੂੰ ਪਤਾ। ਸਾਧ ਸੰਗਤ ਉਸੇ ਵੇਲੇ ਘਬਰਾ ਗਏ, ਕਿਉਂਕਿ ਉਹਨੇ ਪੁੱਛਿਆ ਗੁਰੂ ਕੌਣ? ਕਹਿੰਦੇ ਗੁਰੂ ਤਾਂ ਮੇਰਾ ਕੋਈ ਨਹੀਂ ਹੈ, ਗੁਰੂ ਤਾਂ ਮੈਂ ਕੀਤਾ ਨਹੀਂ। ਤੇ ਮੈਂ ਸੋਚਦਾ ਨਿਸ਼ਚੈ ਹੀ ਉਹ ਹਰੀ ਆਪ ਹੀ ਆਇਆ ਉਸ ਗੁਰਸਿੱਖ ਦੇ ਰੂਪ ਵਿੱਚ, ਜਿੰਨੇ ਇਹ ਕਿਹਾ, ਉਹ ਨਗੁਰਿਆ ਜਾਂ ਮੇਰਾ ਜਨਮ ਭ੍ਰਿਸ਼ਟ ਕਰ ਦਿੱਤਾ, ਤੇਰੇ ਹੱਥੋਂ ਮੈਂ ਪਾਣੀ ਪੀ ਲਿਆ। ਔਰ ਜਿਸ ਬੰਦੇ ਦੀ ਸਾਰੇ ਸਿਫਤ ਕਰਕੇ ਜਾਂਦੇ ਸਨ ਵੀ ਤੂੰ ਬਹੁਤ ਪਰਉਪਕਾਰ ਕਰ ਰਿਹਾ ਹੈ, ਲੋਕਾਂ ਨੂੰ ਜਲ ਛਕਾਉਣਾ ਬਹੁਤ ਵੱਡਾ ਪੁੰਨ ਹੈ, ਪੁੰਨ ਤੇ ਹੈ ਇਹ ਨਹੀਂ ਕਿ ਨਹੀਂ, ਲੇਕਿਨ ਉਹਨੂੰ ਚੋਟ ਵੱਜੀ ਕਿ ਜਾ ਨਿਗੁਰਿਆ, ਕਬੀਰ ਨਿਗੁਰਾ ਨਾ ਮਿਲੇ, पापी मिले हजार, एक नगुरे के सर पे लख पापी का पार। और साध संगत बड़े फिक्र दे विच कि मेरी कीती कराई एवें गई सारी उम्र दी, उम्र भी 72 वरियां दी हो गई। जदों घर गए उन्हां दी भतीज नूं पढ़ रही सी, पाठ पढ़ रही सी, भजन गा रही सी, शब्द गा रही सी, जे सो चंदा उगवे सूरज चढ़े हजार, इते चानन हुंदियां गुरबिन घोर अंधार। गुरबिन घोर अंधार गुरु बिन समझ ना आवे, गुरबिन सुरत न सिद्ध, गुरबिन मुक्त न पावे। गुर कुंजी पाहू निवल मन कोठा तन छत, कहो नानक गुरबिन मन का ताक न उगड़े। और ना कुंजी हथ, कहते जंदरा नहीं खुलता, चाबी गुरु कोल है। साध संगत सुन के हैरान हो गए, ओए होए होए होए, विधि किवें बनी? आप हरी आया किसी गुरसिख दे रूप विच, कहता जा इनू गुरिया, ते घर आए ते घरों ये सुनेहा मिल गया, ते पुत्र किहदी बाणी पढ़नी है? उन्हें दस्सिया मेरे पिता श्री गुरु अंगद देव जी महाराज, भाई पुत्र मनु हुणे लै चलो। ਧੀਆਂ ਵੀ क्या ਧੀਆਂ ਸਨ, ਉਹਨਾਂ ਕਿਹਾ ਨਹੀਂ ਮੈਂ ਨਹੀਂ ਜਾ ਸਕਦੀ। ਮੇਰੇ ਪਿਤਾ ਨੇ ਡੋਲੀ ਤੋਰਨ ਲੱਗਿਆ ਇਹ ਕਿਹਾ ਸੀ, ਜਿੰਨਾ ਚਿਰ ਸੱਦੀਏ ਨਾ ਉਹਨਾਂ ਚਿਰ ਪੁੱਤਰ ਸਹੁਰੇ ਘਰੋਂ ਇਹ ਨਹੀਂ ਘਰ ਆ ਜਾਣਾ ਚੁੱਕ ਕੇ ਬਿਸਤਰਾ। ਤੇ ਫਿਰ ਸ਼੍ਰੀ ਅਮਰਦਾਸ ਜੀ ਨੇ ਕਿਹਾ ਜਾ ਬੇਟਾ ਮੈਂ ਤੈਨੂੰ ਕਹਿੰਦਾ, ਮੈਂ ਵੀ ਤੇ ਬਾਪ ਹਾਂ, ਚੱਲ। ਔਰ ਫਿਰ ਤੁਸੀਂ ਸਾਰੇ ਇਸ ਕਹਾਣੀ ਨੂੰ ਜਾਣਦੇ ਹੋ, ਕਿਸ ਤਰ੍ਹਾਂ ਸਵੇਰੇ ਤੜਕੇ ਉੱਠ ਕੇ 6 ਮੀਲ ਤੋਂ ਪਾਣੀ ਲੈ ਕੇ ਆਉਣਾ, ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਣਾ, ਔਰ ਫਿਰ ਹਨੇਰੀ ਰਾਤ ਵਿੱਚ ਖੱਡੀ 'ਚ ਡਿੱਗ ਪੈਣਾ, ਔਰ ਜੁਲਾਈ ਨੇ ਕਹਿਣਾ ਹੋਰ ਕੌਣ ਹੋਏਗਾ, ਉਹ ਨਿਥਾਵਾਂ ਹੋਏਗਾ ਅਮਰੂ, ਜਿਹੜਾ ਕੁੜਮਾਂ ਦੇ ਦਰ ਤੇ ਆ ਕੇ ਬੈਠਾ ਪਿਆ ਰੋਟੀਆਂ ਖਾਈ ਜਾਂਦਾ। ਤੇ ਸਾਧ ਸੰਗਤ ਜਾਨੀ ਜਾਨ ਗੁਰੂ ਅੰਗਦ ਦੇਵ ਜੀ ਨੇ ਵਰ ਦਿੱਤੇ ਵੇ, ਗੁਰੂ ਅਮਰਦਾਸ ਨੇ ਥਾਣਿਆਂ ਦਾ ਥਾਂ, ਗੁਰੂ ਅਮਰਦਾਸ ਨੇ ਮਾਣਿਆਂ ਦਾ ਮਾਨ, ਨਿਤਾਣਿਆਂ ਦਾ ਤਾਨ, ਨੇਵਟਿਆਂ ਦੀ ਓਟ। ਔਰ ਸਾਧ ਸੰਗਤ ਇਸ ਵਾਸਤੇ ਭਗਵਾਨ ਯਿਸੂ ਮਸੀਹ ਜੀ ਕਹਿੰਦੇ ਨੇ ਕਿ ਹਿਡਨ ਟ੍ਰੇਜਰ ਦੀ ਪ੍ਰਾਪਤੀ ਵਾਸਤੇ ਜਿਹਨੂੰ ਜਗਿਆਸਾ ਹੋਵੇ, ਜਿਹਨੂੰ ਇਸ ਦੀ ਖੋਜ ਹੋਵੇ, ਉਹ ਫਿਰ ਸਭ ਕੁਝ ਛੱਡ ਕੇ ਤੇ ਉਧਰ ਪਹੁੰਚ ਜਾਂਦਾ ਹੈ। ਔਰ ਸੰਤ ਜਨ ਐਸੀਆਂ ਐਸੀਆਂ ਸਿੱਖਿਆਵਾਂ, ਔਰ ਕਈ ਵਾਰੀ ਅਸੀਂ ਕਹਿੰਦੇ ਹਾਂ ਮੈਂ ਰੋਜ਼ ਅਰਦਾਸ ਕਰਨਾ ਮੇਰੀ ਤੇ ਸੁਣੀ ਨਹੀਂ ਜਾਂਦੀ, ਉਹਦੇ ਬਾਰੇ ਵੀ ਇੱਕ ਪੈਰਾਬਲ ਬਾਈਬਲ ਦੇ ਵਿੱਚ ਆਉਂਦਾ ਹੈ, ਬੜੀ ਸਮਝਾਉਣ ਵਾਲੀ ਗੱਲ ਹੈ। ਕਹਿੰਦੇ ਇੱਕ ਵਿਧਵਾ ਔਰਤ ਸੀ ਤੇ ਉਹਦੇ ਦੁਸ਼ਮਣ ਜਿਹੜੇ ਸਨ ਬੜਾ ਤੰਗ ਕਰਦੇ ਸੀ, ਪਿੰਡ ਦੇ ਵਿੱਚ ਹੁੰਦਾ ਹੀ ਨੇ। ਔਰ ਸੰਤ ਜਨੋ ਉਹ ਹਮੇਸ਼ਾ ਜਿਹੜਾ ਪਿੰਡ ਦਾ ਜੱਜ ਸੀ, ਸਰਪੰਚ ਹੋਏਗਾ ਜਾਂ ਜੋ ਵੀ ਜੱਜ ਸੀ, ਉਹਦੇ ਕੋਲ ਜਾਏ, ਤੇ ਜੱਜ ਜਿਹੜਾ ਸੀ ਉਹ ਰੱਬ ਨੂੰ ਮੰਨਦਾ ਨਹੀਂ ਸੀ। ਉਹ ਕਵੇ
ਕਿ ਤੂੰ ਜਾ, ਮੈਂ ਨਹੀਂ ਤੇਰੀ ਗੱਲ ਸੁਣਨੀ, ਮੈਂ ਤੇਰੀ ਮਦਦ ਨਹੀਂ ਕਰ ਸਕਦਾ। ਲੇਕਿਨ ਉਹ ਰੋਜ਼ ਚੱਲ ਜੇ, ਉਹ ਨਾ ਕਰਦਾ, ਔਰ ਉਹ ਔਰਤ ਰੋਜ਼ ਕਹਿੰਦੀ ਹੈ ਕਿ ਦੇਖੋ ਮੇਰੇ ਨਾਲ ਬੇਇਨਸਾਫੀ ਹੁੰਦੀ, ਤੁਸੀਂ, ਮੈਂ ਤੇ ਸਿਰਫ ਇਨਸਾਫ ਹੀ ਮੰਗਣੀ ਹੈ, ਮੇਰੇ ਨਾਲ ਇਨਸਾਫ ਕਰੋ। ਉਹ ਕਹੇ ਜਾ ਜਾ, ਨਾ ਮੈਨੂੰ ਰੱਬ ਦਾ ਡਰ ਹੈ ਤੇ ਨਾ ਹੀ ਮੈਂ ਇਸ ਗੱਲੇ ਡਰਦਾ ਕਿ ਲੋਕ ਕੀ ਕਹਿਣਗੇ, ਵਟ ਪੀਪਲ ਵਿਲ ਥਿੰਕ ਅਬਾਊਟ ਮੀ। ਇਹ ਵੀ ਉਹਨੂੰ ਕੋਈ ਫਰਕ ਨਹੀਂ, ਲੇਕਿਨ ਉਹ ਜਾਂਦੀ ਹੀ ਰਹੀ। ਜਦੋਂ ਜਾਂਦੀ ਰਹੀ ਤੇ ਇੱਕ ਦਿਨ ਫਿਰ ਉਹ ਕਹਿੰਦਾ, ਕਹਿਣ ਲੱਗਾ ਕਿ ਬਾਈ ਹੁਣ ਤੂੰ ਇੰਨਾ ਚਿਰ ਹੋ ਗਿਆ ਤੈਨੂੰ ਆਉਂਦੀ ਨੂੰ, ਤੇ ਹੁਣ ਮੈਂ ਤੈਨੂੰ ਜ਼ਰੂਰ ਇਨਸਾਫ ਦਵਾਂਗਾ, ਮੈਂ ਤੇਰੇ ਵਾਸਤੇ ਕਰਨਾ। ਤੇ ਭਗਵਾਨ ਯਿਸੂ ਮਸੀਹ ਨੇ ਕਿਹਾ, ਉਹ ਤੇ ਬੰਦਾ ਸੀ ਇੱਕ ਜਿਹਦੇ ਕੋਲ ਵਿਚਾਰੀ ਜਾਂਦੀ ਰਹੀ, ਉਹਨੇ ਆਪਣਾ ਨਿਯਮ ਨਹੀਂ ਤੋੜਿਆ ਤੇ ਉਹਨੂੰ ਵੀ ਮੰਨਣਾ ਪਿਆ, ਤੇ ਰੱਬ ਕਿਉਂ ਨਾ ਮੰਨੇਗਾ। ਆਹ ਇੱਕ ਬੰਦਾ ਵੀ ਉਹਨਾਂ ਨੇ ਕਿਹਾ ਵੀ ਜੋ ਵੀ ਨਾ ਨਹੀਂ ਕਰ ਸਕਿਆ ਵਾਰ-ਵਾਰ, ਫਿਰ ਰੱਬ ਤੈਨੂੰ ਕੀ ਨਾ ਕਰੇਗਾ। ਇਸ ਵਾਸਤੇ ਸੰਤ ਜਨੋ, ਆਓ, ਵਕਤ ਦਾ ਪੈਗੰਬਰ ਚਾਹੀਦਾ। ਇੱਕ ਹੋਰ 10 ਪੈਰਾ ਵੱਲ ਦੱਸ ਕੇ ਤੇ ਫਿਰ ਇਜਾਜ਼ਤ ਲਏਗਾ ਆਪ ਜੀ ਤੋਂ। ਇੱਕ ਹੋਰ ਹੈ ਕਿ ਜਿਹੜੇ ਹੋ ਚੁੱਕੇ ਪੈਗੰਬਰ, ਹੋ ਚੁੱਕੇ ਸੰਤ ਮਹਾਨ ਨੇ, ਲੇਕਿਨ ਜੋ ਬੋਧ ਕਰਾ ਸਕਦਾ ਹੈ ਉਹ ਵਕਤ ਦਾ ਸੰਤ ਹੀ ਕਰਾ ਸਕਦਾ ਹੈ। ਜੋ ਹੁਣ ਸਾਡੇ ਅਸੀਂ ਵੀ ਜਿਉਂਦੇ ਹਾਂ, ਉਹ ਵੀ ਜਿਉਂਦਾ ਹੋਵੇ। ਔਰ ਉਹਦੀ ਇੱਕ ਪੈਰਾਬਲ ਉਹਨਾਂ ਦਾ ਆਉਂਦਾ, ਇੱਕ ਅਮੀਰ ਬੰਦਾ ਰਿਚ ਆਦਮੀ ਸੀ, ਤੇ ਉਹਦੇ ਬਾਹਰਲੇ ਗੇਟ ਦੇ ਬੜੀ ਵੱਡੀ ਕੋਠੀ ਸੀ ਉਹਦੀ। ਇੱਕ ਲੈਜ਼ਰਸ ਨਾਂ ਦਾ ਮੰਗਤਾ ਸੀ, ਉਹ ਬੈਠਾ ਹੁੰਦਾ ਸੀ, ਵਿਚਾਰੇ ਦੇ ਫਟੇ ਕੱਪੜੇ, ਜੋ ਮੰਗਤਿਆਂ ਦਾ ਅਸੀਂ ਦੇਖਦੇ ਹਾਂ। ਹੁਣ 2000 ਸਾਲ ਪਹਿਲਾਂ ਦੀ ਗੱਲ ਹੈ। ਔਰ ਉਹ ਜੋ ਵੀ ਵਿਚਾਰੇ ਉਹਨਾਂ ਦਾ ਭੋਜਨ ਵਿਚਾਰੇ ਸੁੱਟਦੇ ਸਨ, ਜਿਹੜਾ ਵੇਸਟ ਹੁੰਦੀ ਸੀ ਘਰ ਦੀ, ਉਹ ਲੈਜ਼ਰਸ ਜਿਹੜਾ ਸੀ ਉਹ ਖਾ ਲੈਂਦਾ ਸੀ। ਉਹੀ ਉੱਥੇ ਇਹ ਲਿਖਿਆ, ਡੌਗ ਵੀ ਆ ਕੇ, ਕੁੱਤੇ ਵੀ ਏਦਾਂ ਹੀ ਖਾਂਦੇ ਸੀ। ਜਿਵੇਂ ਸਾਨੂੰ ਪਤਾ ਹੈ, ਅਸੀਂ ਇੰਡੀਆ 'ਚ ਦੇਖਦੇ ਰਹੇ ਹਾਂ, ਇੱਥੋਂ ਵਾਂਗੂ ਤਾਂ ਹੈ ਨਹੀਂ ਸੀ। ਔਰ ਲੈਜ਼ਰਸ ਜਿਹੜਾ ਸੀ ਉੱਥੇ, ਲੇਕਿਨ ਕਹਿੰਦੇ ਜੀ ਲੈਜ਼ਰਸ ਦੀ ਮੌਤ ਹੋ ਗਈ। ਮੌਤ ਹੋ ਗਈ ਤੇ ਉਹਨੂੰ ਉਹ ਸਿੱਧਾ ਹੀ ਸਵਰਗ ਵਿੱਚ ਇਬਰਾਹਿਮ ਦੇ ਕੋਲ ਗਿਆ। ਔਰ ਥੋੜੀ ਦੇਰ ਬਾਅਦ ਅਮੀਰ ਬੰਦੇ ਦੀ ਵੀ ਮੌਤ ਹੋ ਗਈ। ਮਰਨਾ ਤੇ ਹੁਣ ਸਾਰੇ, ਗਰੀਬ ਵੀ ਮਰੇਗਾ, ਅਮੀਰ ਵੀ ਮਰੇਗਾ। ਔਰ ਉਹਨੂੰ ਨਰਕ ਮਿਲਿਆ। ਔਰ ਨਰਕ ਮਿਲਿਆ ਤੇ ਕਹਿੰਦੇ ਉਹ ਨਰਕ ਵਿੱਚ, ਨਰਕ ਦੀ ਅੱਗ ਵਿੱਚ ਸੜੇ। ਨਰਕ ਦੀ ਅੱਗ ਕਿਹੜੀ ਹੈ? ਅਸੀਂ ਆਪਣੇ ਘਰਾਂ ਨੂੰ ਵੀ ਨਰਕ ਅੱਗ ਬਣਾ ਲਏ ਜੇ ਸਾਡੇ ਦੁਸ਼ਮਣੀਆਂ ਪਾਲ ਲੈਂਦੇ ਆ ਅੰਦਰ, ਵੈਰ ਵਿਰੋਧ ਦੀ ਅੱਗ, ਇਹਦੇ ਜਲਦਾ ਰਹਿੰਦਾ ਬੰਦਾ, ਇਹ ਨਰਕ ਹੀ ਹੈ। ਔਰ ਕਹਿੰਦੇ ਇੱਕ ਦਿਨ ਉਹਨੇ ਉੱਪਰ ਵੇਖਿਆ ਤੇ ਉਹ ਜਿਹੜਾ ਮੰਗਤਾ ਉਹਦੇ ਗੇਟ ਦੇ ਬਾਹਰ ਬੈਠਾ ਹੁੰਦਾ ਸੀ, ਲੈਜ਼ਰਸ, ਉਹ ਕਹਿੰਦਾ ਇਬਰਾਹਿਮ ਦੇ ਲਾਗੇ। ਕਹਿੰਦਾ ਹੱਦ ਹੋ ਗਈ। ਤੇ ਉਹਨੇ ਕਿਹਾ, ਸੱਚੇ ਪਾਤਸ਼ਾਹ, ਕਿ ਮੇਰੇ ਵੱਲ ਵੀ ਝਾਤੀ ਮਾਰੋ, ਐ ਮੰਗਤੇ ਨੂੰ ਤੁਸੀਂ ਨਾਲ ਲਈ ਫਿਰਦੇ ਤੇ ਵੱਟ ਬੁੱਟ ਮੀ। ਉਹਨਾਂ ਨੇ ਕਿਹਾ, ਤੂੰ ਧਰਤੀ ਤੇ ਬਥੇਰੀਆਂ ਖੁਸ਼ੀਆਂ ਲੈ ਲਈਆਂ, ਬੜੀ ਐਸ਼ ਕੀਤੀ ਆ, ਇਹ ਵਿਚਾਰੇ ਨੇ ਦੁੱਖ ਹੀ ਪਾਏ ਨੇ, ਇਸ ਵਾਸਤੇ ਇਹ ਹੁਣ ਸੁੱਖ ਪਾ ਰਿਹਾ ਤੇ ਤੂੰ ਦੁੱਖ ਪਾ। ਉਹ ਕਹਿੰਦਾ, ਅੱਛਾ ਜੀ, ਲੈਜ਼ਰਸ ਨੂੰ ਹੀ ਭੇਜ ਦਿਓ, ਮੇਰੇ ਤੇ ਵੀ ਕੋਈ ਕਿਰਪਾ ਕਰ ਦੇ, ਮਾੜਾ ਜਿਹਾ ਹੱਥ ਲਾ ਦੇ ਮੈਨੂੰ ਵੀ, ਮੈਂ ਵੀ ਸੁਖੀ ਹੋ ਜਾ, ਮੈਂ ਤੇ ਅੱਗ 'ਚ ਸੜ ਰਿਹਾ ਹਾਂ, ਨਰਕ ਦੀ ਅੱਗ 'ਚ। ਤੇ ਅੱਗੋਂ ਪ੍ਰਭੂ ਨੇ ਕਿਹਾ, ਕਹਿੰਦੇ ਇੰਜ ਨਹੀਂ ਹੁੰਦਾ, ਇੱਧਰਲੇ ਬੰਦੇ ਤੇਰੇ ਕੋਲ ਨਹੀਂ ਆ ਸਕਦੇ, ਤੂੰ ਇੱਧਰ ਨਹੀਂ ਆ ਸਕਦਾ, ਰਹਿ ਉੱਥੇ ਹੀ। ਤਾਂ ਫਿਰ ਉਹਨੇ ਕਿਹਾ, ਅੱਛਾ ਇੰਨਾ ਨਹੀਂ, ਤੇ ਲੈਜ਼ਰਸ ਨੂੰ ਭੇਜੋ, ਮੇਰੇ 5 ਭਰਾ ਹੋਰ ਨੇ। ਆਹ ਗੱਲ ਧਿਆਨ ਨਾਲ ਸੁਣਨਾ, ਪੈਰਾਬਲ ਹੈ ਬਾਈਬਲ ਦਾ। ਕਹਿਣ ਲੱਗੇ, ਮੇਰੇ 5 ਭਰਾ ਹੋਰ ਨੇ, ਇਹਨੂੰ ਭੇਜੋ ਤਾਂ ਕਿ ਉਹਨਾਂ ਨੂੰ ਤੇ ਜਾ ਕੇ ਅਕਲ ਦੇਵੇ ਕਿ ਬ੍ਰਹਮ ਗਿਆਨ ਪ੍ਰਾਪਤ ਕਰੋ, ਹਰੀ ਰੂਪੀ ਹੀਰਾ ਪ੍ਰਾਪਤ ਕਰੋ, ਨਹੀਂ ਤੇ ਮਾਰੇ ਜਾਓਗੇ ਮੇਰੇ ਵਾਂਗੂ। ਤਾਂ ਫਿਰ ਉਹਨਾਂ ਨੇ ਕਿਹਾ ਕਿ ਮੈਂ ਜੋ ਡੈਡ ਨੇ
ਉਹਨਾਂ ਦੇ ਵਿੱਚੋਂ ਕਿਸੇ ਨੂੰ ਨਹੀਂ ਭੇਜ ਸਕਦਾ। ਉੱਥੇ ਵਕਤ ਦੇ ਮੋਜ਼ਸ ਦਾ ਨਾਮ ਲਿਆਉਣ, ਉੱਥੇ ਵਕਤ ਦੇ ਗੁਰੂ ਹੈਗੇ ਨੇ, ਪੈਗੰਬਰ ਹੈ ਨੇ, ਸੰਤ ਹੈ ਨੇ। ਆਪਣੇ ਭਰਾਵਾਂ ਨੂੰ ਕਹਿ ਉਹਨਾਂ ਦੀ ਗੱਲ ਸੁਣਨ। ਕਹਿੰਦੇ ਜੇ ਜਿਹੜੇ ਮਰ ਚੁੱਕੇ ਨੇ, ਜੇ ਮੈਂ ਉਹਨਾਂ ਨੂੰ ਭੇਜਿਆ, ਉਹਨਾਂ ਨੇ ਉਹਨਾਂ ਤੇ ਵੀ ਇਤਬਾਰ ਨਹੀਂ ਕਰਨਾ। ਆ ਧਿਆਨ ਨਾਲ ਸੁਣਨਾ। ਲੋਕੀ ਆਵਾਜ਼ਾਂ ਮਾਰਦੇ ਨੇ, ਆ ਜਾ ਰਾਮਾ, ਆ ਜਾ ਕ੍ਰਿਸ਼ਨਾ। ਮੈਂ ਵੀ ਬੜੇ ਭਜਨ ਲਿਖਦਾ ਹੁੰਦਾ ਸੀ, ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਆ, ਲੇਕਿਨ ਭਗਵਾਨ ਸ਼੍ਰੀ ਯਸ਼ੂ ਮਸੀਹ ਨੇ ਕਿਹਾ ਕਿ ਜੇ ਉਹ ਆ ਵੀ ਜਾਣ ਤਾਂ ਵੀ ਕਿਸੇ ਇਤਬਾਰ ਨਹੀਂ ਕਰਨਾ। ਜੇ ਇਤਬਾਰ ਕਰਨਾ ਕਿਸੇ ਦੀ ਸੁਣਨੀ ਹੈ ਤੇ ਵਕਤ ਦੇ ਗੁਰੂ ਦੀ ਸੁਣ ਸਕਦੇ ਹੋ, ਜਿਹੜਾ ਇਸ ਵੇਲੇ ਮੌਕੇ ਦਾ ਹੈ। ਸੋ ਸਾਧ ਸੰਗਤ ਦਾ ਆਸ ਕਰਦਾ ਹੈ ਕਿ ਭਗਵਾਨ ਸ਼੍ਰੀ ਜੀਸਸ ਕ੍ਰਾਈਸਟ ਜੀ ਦੇ ਜੀਵਨ ਦੇ ਪੈਰਾਬਲ ਤੋਂ ਅਸੀਂ ਸਾਰੇ ਹੀ ਸਿੱਖਿਆ ਪ੍ਰਾਪਤ ਕਰੀਏ। ਮੈਚ ਕਰੋ ਅੰਮ੍ਰਿਤ ਬਾਣੀ ਦੇ ਨਾਲ, ਮੈਚ ਕਰੋ ਪਾਵਨ ਗੁਰਬਾਣੀ ਨਾਲ, ਗੀਤਾ ਨਾਲ, ਰਮਾਇਣ ਨਾਲ ਮੈਚ ਕਰੋ। ਜਦੋਂ ਕੰਪੇਅਰ ਕਰੋਗੇ, ਮੇਰੇ ਵਾਂਗੂ ਤੁਹਾਡਾ ਤਨ ਮਨ ਖੁਸ਼ ਹੋ ਜਾਏਗਾ, ਖੁਸ਼ਬੂ ਨਾਲ ਭਰ ਜਾਏਗਾ, ਔਰ ਤੁਸੀਂ ਫਿਰ ਹਰ ਗੁਰੂ ਪੀਰ ਅਵਤਾਰ ਦੀ ਸ਼ੋਭਾ ਕਰੋਗੇ। ਵਾਹ ਵਾਹ, ਕਿਤਨੀ ਸੁੰਦਰ ਸਿੱਖਿਆਵਾਂ ਉਹ ਸਾਨੂੰ ਦੇ ਕੇ ਗਏ ਨੇ। ਕਹਿੰਦੇ ਕਿਤਨੇ ਸੁੰਦਰ ਬਚਨ ਉਹ ਸਾਡੇ ਵਾਸਤੇ ਰੱਖ ਕੇ ਗਏ ਨੇ। ਤੇ ਸਾਧ ਸੰਗਤ, ਫਿਰ ਅਸੀਂ ਕਿਸੇ ਨੂੰ ਵੀ ਨੀਵਾਂ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ। ਹਰ ਧਰਮ ਨੂੰ ਅਸੀਂ ਬਰਾਬਰ ਦੇ ਦਰਜੇ ਦੇ ਕੇ ਹਰ ਧਰਮ ਤੋਂ ਜੋ ਵੀ ਸਿੱਖ ਸਕਦੇ ਹਾਂ ਸਿੱਖਾਂਗੇ। 10 ਪਾਸੋਂ ਕੋਈ ਗਲਤੀ ਭੁੱਲ ਚੁੱਕ ਹੋ ਗਈ ਹੋ, क्षमा करना। प्यार नाल बोलो, जय गुरुदेव, धन गुरुदेव, जय संतां दी। अपना ख्याल रखना जी।